ਫਸਲਾਂ ਕੀ ਲਿਖ ਗਈਆਂ। ਮੈਂ ਕਹਿੰਦਾ ਕਿ ਪੰਜਾਬ ਦਾ ਕਿਸਾਨ ਲਿਖ ਗਿਆ ਖੇਤਾਂ ਦੇ ਵਿੱਚ। ਪੰਜਾਬ ਵਿੱਚ ਇਹ ਜੋ ਡਾਟਾ ਆਫੀਸ਼ੀਅਲ ਅਸੀਂ ਦੇਖ ਰਹੇ ਹੈਗੇ ਹਾਂ ਉਹ ਹੈ ਕਿ ਤਕਰੀਬਨ 14 ਲੱਖ ਹੈਕਟੇਅਰ ਵਿੱਚ ਇਹ ਨੁਕਸਾਨ ਹੋਇਆ ਹੈਗਾ। 39 ਲੱਖ ਦੇ ਆਸ-ਪਾਸ ਜਿਹੜੀ ਸੋਇੰਗ ਹੋਈ ਹੈ ਉਹਦੇ ਵਿੱਚੋਂ ਇੰਨਾ ਅਫੈਕਟਡ ਹੋ ਗਿਆ ਹੈਗਾ। ਔਰ ਇਹਦੇ ਉੱਪਰ ਮੈਟਰ ਕਰਨਾ ਮਤਲਬ ਉਹਨਾਂ ਦਾ ਜਿਹੜਾ ਇਕਨੋਮਿਕ ਕਿਸਾਨ ਦੀ ਕੰਡੀਸ਼ਨ ਹੋਏਗੀ ਉਹਦੇ ਉੱਪਰ ਕੀ ਮਾਰ ਪੈਂਦੀ ਹੈ, ਆਈ ਥਿੰਕ ਉਹ ਸਮਝਣਾ ਬਹੁਤ ਜ਼ਰੂਰੀ ਹੈ। ਪਿੰਡ ਇੱਕ ਯੂਨਿਟ ਬਣੇ ਜਾਏਗਾ, ਯਾਨੀ ਪਿੰਡ ਦੇ ਇੱਕ ਹਿੱਸੇ 'ਚ ਗੜੇ ਪੈ ਗਏ, ਦੂਜੇ 'ਚ ਖੇਤੀ ਹੋਊਗੀ ਤਾਂ ਉਹਨੂੰ ਮੁਆਵਜ਼ਾ ਨਹੀਂ ਮਿਲੇਗਾ। ਉਹ ਤਾਂ ਐਵਰੇਜ, ਉਹੀ ਤਾਂ ਕਹਿ ਰਿਹਾ, ਉਹ ਕਮੀ ਹੈ ਨਾ ਕਿ ਤੁਸੀਂ ਐਵਰੇਜ ਲੈਂਦੇ ਹੋਗੇ ਪਿੰਡ ਦਾ ਕਿ ਪਿੰਡ ਵਿੱਚ ਜਿੰਨਾ ਨੁਕਸਾਨ ਹੋਇਆ ਉਹਦੇ ਹਿਸਾਬ ਨਾਲ ਕਿਸਾਨ ਨੂੰ ਮਿਲੇਗਾ। ਮੇਰੇ ਖੇਤ ਵਿੱਚ ਸਪੋਜ਼ ਕਰੋ 70% ਨੁਕਸਾਨ ਹੋ ਗਿਆ, ਮੇਰੇ ਪਿੰਡ ਵਿੱਚ 30% ਹੋਇਆ ਹੈਗਾ, ਤਾਂ ਐਵਰੇਜ ਤਾਂ ਘਟ ਗਈ ਨਾ। ਕਿਸੇ ਕਿਸਾਨ ਨੇ ਕਿਹਾ ਨਾ ਕਿ ਜਦ ਮੇਰਾ ਧੂੰਆਂ ਨਿਕਲਦਾ ਖੇਤ ਤੋਂ, ਜਦ ਮੈਂ ਸਟਬਲ ਬਰਨਿੰਗ ਕਰਦਾ ਤਾਂ ਤੁਸੀਂ ਕਹਿੰਦੇ ਹੋ ਸੈਟੇਲਾਈਟ ਨੇ ਆਇਡੈਂਟੀਫਾਈ ਕਰ ਲਿਆ। ਜਦ ਮੇਰਾ ਨੁਕਸਾਨ ਹੁੰਦਾ ਤਾਂ ਸੈਟੇਲਾਈਟ ਕਿੱਥੇ ਜਾਂਦੀ ਹੈ? ਜਦ ਅੱਖਾਂ ਜਾਣਬੁੱਝ ਕੇ ਬੰਦ ਕਰ ਲਈਆਂ, ਜਾਣਬੁੱਝ ਕੇ ਬੰਦ ਹੋ ਰਹੀਆਂ ਕਿਉਂਕਿ ਕਾਰਪੋਰੇਟ ਨੂੰ ਅਸੀਂ ਬੈਨੀਫਿਟ ਕਰਨਾ ਚਾਹੁੰਦੇ ਹਾਂ ਕਿ ਇਹਦਾ ਇਨਫਲੇਸ਼ਨ ਤੇ ਕੀ ਅਸਰ ਪਏਗਾ। ਔਰ ਮੈਂ ਹਰ ਵਾਰ ਇਹ ਕਹਿੰਦਾ ਕਿ ਤੁਹਾਨੂੰ ਇਨਫਲੇਸ਼ਨ ਦੀ ਫਿਕਰ ਕਿਉਂ ਹੁੰਦੀ ਹੈਗੀ ਹੈ? ਤੁਸੀਂ ਕਦੀ ਕਿਸਾਨਾਂ ਦੀ ਵੀ ਗੱਲ ਕੀਤੀ ਹੈ ਕਿ ਉਹਨਾਂ ਤੇ ਕੀ ਅਸਰ ਪਏਗਾ? ਅਸੀਂ ਕਿਸਾਨਾਂ ਨੂੰ ਜਾਣ ਕੇ ਲੋ ਪੇ ਕਰਦੇ ਹਾਂ, ਘੱਟ ਪੇ ਕਰਦੇ ਹੈਗੇ ਆ ਤਾਂ ਕਿ ਜਿਹੜਾ ਕਾਰਪੋਰੇਟ ਜਗਤ ਹੈ ਉਹਨੂੰ ਉਹ ਕੰਪੀਟੀਟਿਵ ਰਹਿ ਸਕੇ, ਯਾਨੀ ਉਹਨੂੰ ਬੈਨੀਫਿਟ ਹੋਏ ਇਸ ਗੱਲ ਦਾ। ਦੋ ਚੀਜ਼ਾਂ ਸਰ, ਇੱਕ ਮਿੰਟ, ਇੱਕ ਤਾਂ ਇਹ ਹੋ ਗਿਆ ਕਿ ਉਹਨਾਂ ਨੂੰ ਰॉ ਮਟੀਰੀਅਲ ਚੀਪਰ ਮਿਲਦਾ ਸਰ। ਉਹ ਇਸ ਕਰਕੇ ਹੁੰਦਾ ਹੈ ਕਿਉਂਕਿ ਕੰਪਨੀਆਂ ਚਾਹੁੰਦੀਆਂ ਕਿ ਉਹਨਾਂ ਨੂੰ ਵੇਜਸ ਨਾ ਵਧਾਉਣ ਪੈਣੇ ਆਪਣੇ EMPLOYEES ਦੇ। ਤੁਸੀਂ ਮੈਨੂੰ ਦੱਸੋ ਇਕਨੋਮਿਸਟ ਨੇ ਕਿਹੜੀ ਇਹਨਾਂ ਉਹ ਦੇਸ਼ ਦਾ ਕਿਸਾਨਾਂ ਦਾ ਫਾਇਦਾ ਕਰਤਾ ਕਿ ਉਹ ਕਹਿਣ ਕਿ ਅਸੀਂ ਲੇਜ਼ੀ ਨਹੀਂ ਹੈਗੇ। ਮੈਂ ਤਾਂ ਕਹਿੰਦਾ ਕਿ ਸਾਡੇ ਦੇਸ਼ ਦੀ ਇਕਨੋਮਿਕ ਸੋਚ ਹੀ ਲੇਜ਼ੀ ਪੈ, ਕਿਉਂਕਿ ਕੱਟ ਐਂਡ ਪੇਸਟ ਕਰਦੇ ਉਹ ਤੇ ਅੱਗੇ ਜਾਂਦੇ ਨਹੀਂ ਹੈ। ਨੈਸ਼ਨਲ ਲੈਵਲ ਤੇ ਵੀ ਜੋ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਹੈ, ਅਗਰ ਅਸੀਂ ਉਹਨੂੰ ਕਾਰਪੋਰੇਟ ਦੇ ਪ੍ਰੋਫਿਟ ਨੂੰ ਇਨਸ਼ੋਰ ਨਹੀਂ ਕੀਤਾ ਹੁੰਦਾ ਔਰ ਅਸੀਂ ਦੇਖਿਆ ਹੁੰਦਾ ਕਿ ਵੀ ਕਿਸਾਨ ਨੂੰ ਜਿਹੜਾ ਉਹ ਕਿਸ ਤਰ੍ਹਾਂ ਉਹਦੀ ਮਦਦ ਹੋ ਸਕਦੀ ਹੈ ਔਰ ਇੱਕ ਪੱਕਾ ਇੱਕ ਮੈਕੈਨਿਜ਼ਮ ਬਣ ਜਾਂਦਾ, ਮੈਨੂੰ ਲੱਗਦਾ ਕਿ ਸਾਨੂੰ ਸਰਕਾਰਾਂ ਨੂੰ ਉਸ ਗੱਲ ਤੇ ਜਿਹੜੀ ਚਿੰਤਾ ਜਿਹੜੀ ਹਟ ਜਾਣੀ ਚਾਹੀਦੀ ਸੀਗੀ, ਕਿਉਂਕਿ ਉਹ ਕ੍ਰੌਪ ਇੰਸ਼ੋਰੈਂਸ ਮੈਕੈਨਿਜ਼ਮ ਨੇ ਆਪਣੇ ਆਪ ਉਸ ਗੱਲ ਨੂੰ ਆਟੋਮੈਟਿਕਲੀ ਹੈਂਡਲ ਕਰਨਾ। 40,000 ਕਰੋੜ ਰੁਪਏ ਜੇ ਤੁਸੀਂ ਵੈਸੇ ਕਿਸਾਨਾਂ ਨੂੰ ਦੇ ਦਿੰਦੇ ਉਹਨਾਂ ਦਾ ਲਾਸ ਐਸਟੀਮੇਟ ਕਰਕੇ, ਤਾਂ ਅੱਜ ਤੱਕ ਜਿੰਨੇ ਵੀ ਨੁਕਸਾਨ ਹੋਇਆ ਸਾਰਾ ਭਰਵਾਈ ਹੋਇਆ, ਸਾਰਿਆਂ ਦੀ ਭਰਪਾਈ ਹੋ ਸਕਦੀ, ਸਾਰੇ ਭਰਪਾਈ ਹੋ ਰਹੀ ਸੀ। ਤੁਸੀਂ ਕਾਰਪੋਰੇਟ ਨੂੰ ਦੇ ਦਿੱਤਾ, ਕਿਸੇ ਨੂੰ ਤਕਲੀਫ ਨਹੀਂ ਹੈਗੀ ਹੈ, ਲੇਕਿਨ ਤੁਸੀਂ ਕਿਸਾਨ ਨੂੰ ਨਹੀਂ ਦੇਣਾ ਚਾਹੁੰਦੇ ਹੈਗੇ। ਇੱਕ ਸਾਲ ਦਾ ਸਮਾਂ ਨਿਕਲ ਗਿਆ, ਅਜੇ ਪੰਜਾਬ ਦੇ ਵਿੱਚ ਹੀ ਕੋਈ ਐਗਰੀਕਲਚਰ ਪਾਲਿਸੀ ਨਹੀਂ ਬਣਾ ਸਕੇ ਕਿ ਕੀ ਖੇਤੀਬਾੜੀ ਪਾਲਿਸੀ ਹੈ। ਪੰਜਾਬ ਦੀ ਇੱਕ ਐਸੀ ਐਗਰੀਕਲਚਰ ਪਾਲਿਸੀ ਬਣਦੀ ਹੈਗੀ ਹੈ ਕਿ ਜਿਹੜਾ ਦੇਸ਼ ਨੂੰ ਇੱਕ ਮੈਸੇਜ ਜਾ ਸਕੇ, ਮੈਨੂੰ ਲੱਗਦਾ ਕਿ ਬਹੁਤ ਬੜੀ ਕੰਟਰੀਬਿਊਸ਼ਨ ਹੋਏਗੀ। ਪਰ ਉਹ ਤਾਂ ਹੋ ਸਕਦੀ ਹੈ ਕਿ ਜੇ ਆਪਾਂ ਜਿਹੜਾ ਨੈਸ਼ਨਲ ਜਿਹੜੀ ਸੋਚ ਹੈ ਉਹ ਤੋਂ ਡਿਸਕਨੈਕਟ ਹੋ ਜਾਈਏ। ਮੇਰਾ ਮਤਲਬ ਕਹਿੰਦਾ ਹੈ ਕਿ ਇਹ ਨਹੀਂ ਕਿ ਅਸੀਂ ਉਹੀ ਕੱਟ ਐਂਡ ਪੇਸਟ ਵਾਲੀ ਪਾਲਿਸੀ ਵਿੱਚ ਲੈ ਕੇ ਚੱਲੀਏ ਕਿ ਬਈ ਇਹ ਹੋਣਾ ਜ਼ਰੂਰੀ ਹੈ, ਹੋਣਾ ਜ਼ਰੂਰੀ ਹੈ। ਆਈ ਥਿੰਕ ਵੀ ਕੈਨ ਅਡਾਪਟ ਸਰਟਨ ਥਿੰਗਸ। ਕਿਤੇ ਇਹ ਆਵਾਜ਼ ਜ਼ਰੂਰ ਪੰਜਾਬ ਦੀ ਪਹੁੰਚਾ ਦਿਓ ਜਦੋਂ ਐਗਰੀਕਲਚਰ ਦੇ ਪਾਲਿਸੀ ਬਣੇ, ਕਿਤੇ ਦਿੱਲੀ ਦਾ ਮਾਡਲ ਨਾ ਲੱਭਣ ਲੱਗ ਜਾਣ, ਕਿਉਂਕਿ ਦਿੱਲੀ 'ਚ ਐਗਰੀਕਲਚਰ ਨਹੀਂ ਹੈ। ਫਾਰਮਰਸ ਇਨਕਮ ਕਮਿਸ਼ਨ ਬਣੇ ਔਰ ਉਹ ਇਹ ਟਾਰਗੇਟ ਰੱਖੇ ਕਿ ਅਸੀਂ 40,000 ਘੱਟ ਤੋਂ ਘੱਟ ਕਿਸਾਨਾਂ ਨੂੰ ਇਨਕਮ ਕਿਸ ਤਰ੍ਹਾਂ ਮਿਲੇ। ਮੈਂ ਨਹੀਂ ਕਹਿ ਰਿਹਾ ਤੁਸੀਂ ਸਰਕਾਰੀ ਖਜ਼ਾਨੇ ਤੋਂ ਦੇਣੀ ਹੈ, ਲੇਕਿਨ ਤੁਸੀਂ ਦੇਖੋ ਕਿ ਅਸੀਂ ਸਭ ਕੁਝ ਮਿਲਾ ਜੁਲਾ ਕੇ ਇਹ ਕਿਸ ਤਰ੍ਹਾਂ ਅਸ਼ੋਰ ਕਰੀਏ ਕਿ ਕਿਸਾਨ ਨੂੰ ਘੱਟ ਤੋਂ ਘੱਟ 40,000 ਤਾਂ ਮਿਲਣ। ਕਿ ਐਗਰੀਕਲਚਰ ਵਿੱਚ ਬਿਲਕੁਲ ਪੋਟੈਂਸ਼ੀਅਲ ਹੈਗਾ ਇਨਕਮ बढ़ाਉਣ ਦਾ। ਤੁਸੀਂ ਇਨਕਮ ਹਾਲੇ ਥੱਲੇ ਰੱਖੀ ਹੋਈ ਹੈ ਤਾਂ ਵੀ ਉਹ ਟੌਪ ਕਰਦਾ ਹੈਗਾ। ਹਾਂਜੀ, ਇਹਦਾ ਮਤਲਬ ਜੇ ਤੁਸੀਂ ਇਨਕਮ बढ़ा ਦਿਓ ਤਾਂ ਐਗਰੀਕਲਚਰ ਤਾਂ ਫਿਰ ਬਿਕਮ ਦ ਇੰਜਨ ਆਫ ਗਰੋਥ। ਇਹ ਹੋਣਾ ਚਾਹੀਦਾ। ਅੱਛਾ, ਸਾਡੇ ਇਕਨੋਮਿਸਟ ਹੀ ਸਾਨੂੰ ਦੱਸ ਰਹੇ ਹੈਗੇ, ਲੇਕਿਨ ਦੇਸ਼ ਵਿੱਚ ਚਰਚਾ ਹੀ ਨਹੀਂ ਹੁੰਦੀ ਉਸ ਗੱਲ ਦੀ। ਆਮੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਅੱਜ ਅਸੀਂ ਕੌਮੀ ਤੇ ਕੌਮਾਂਤਰੀ ਪੱਧਰ ਦੀ ਜਾਣੀ ਪਛਾਣੀ ਖੇਤੀ ਖੇਤਰ ਦੀ ਹਸਤੀ ਦਵਿੰਦਰ ਸ਼ਰਮਾ ਦੇ ਨਾਲ। ਦਵਿੰਦਰ ਸ਼ਰਮਾ ਜਿਨ੍ਹਾਂ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਲੈ ਕੇ ਸਾਡੇ ਆਪਣੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਜਦੋਂ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਉਹ ਸਾਰੇ ਮਾਮਲਿਆਂ 'ਚ ਖੇਤੀ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ, ਕਿਸ ਤਰ੍ਹਾਂ ਦੀਆਂ ਸਮੱਸਿਆ, ਕਿਸ ਦੌਰ 'ਚੋਂ ਅੱਜ ਕਿਸਾਨ ਨਿਕਲ ਰਿਹਾ, ਉਹਨਾਂ ਸਾਰੇ ਮੁੱਦਿਆਂ 'ਤੇ ਇਹਨਾਂ ਨੇ ਬਹੁਤ ਕੰਮ ਕੀਤਾ ਹੈ। ਇਤਫਾਕ ਹੈ ਕਿ ਸਾਡੀ ਬੇਨਤੀ ਪ੍ਰਵਾਨ ਕਰਕੇ ਸਾਡੇ ਨਾਲ ਅੱਜ ਚੈਨਲ 'ਤੇ ਆਏ ਦਵਿੰਦਰ ਸ਼ਰਮਾ ਜੀ। ਬਹੁਤ ਬਹੁਤ ਜੀ ਆਇਆਂ ਨੂੰ, ਬੜਾ ਅੱਛਾ ਲੱਗਦਾ ਜਦੋਂ ਸਾਡੇ ਚੈਨਲ 'ਤੇ ਆਉਂਦੇ ਹੋ। ਸਵਾਗਤ ਹੈ ਤੁਹਾਡਾ ਜੀ। ਦਵਿੰਦਰ ਜੀ, ਇਸ ਮੁੱਦੇ 'ਤੇ ਆਪਾਂ ਗੱਲ ਕਰ ਰਹੇ ਹਾਂ। ਪੰਜਾਬ ਦਾ ਕਿਸਾਨ ਇਸ ਵੇਲੇ ਜਿਸ ਤਰਾਸਦੀ ਦੇ ਦੌਰ 'ਚੋਂ ਨਿਕਲ ਰਿਹਾ, ਬੇਸ਼ੱਕ ਉਹਨੂੰ ਆਪਾਂ ਕੁਦਰਤੀ ਮਾਰ ਕਹਿ ਲਈਏ, ਬੇਮੌਸਮੀ ਬਾਰਿਸ਼ਾਂ, ਗੜੇ ਪਏ, ਹਨੇਰੀਆਂ ਚੱਲੀਆਂ, ਫਸਲਾਂ ਕੀ ਲਿਖ ਗਈਆਂ। ਮੈਂ ਕਹਿੰਦਾ ਕਿ ਪੰਜਾਬ ਦਾ ਕਿਸਾਨ ਲਿਖ ਗਿਆ ਖੇਤਾਂ ਦੇ ਵਿੱਚ। ਇਹੋ ਜਿਹੀ ਸਥਿਤੀ ਕੁਦਰਤੀ ਆਫਤ ਕਹਿ ਕੇ ਆਪਾਂ ਉਹਦੇ ਤੋਂ ਛੁਟਕਾਰਾ ਨਹੀਂ ਕਰ ਸਕਦੇ।
ਕਿਸਾਨ ਨੂੰ ਬਚਾਉਣ ਲਈ ਸਰਕਾਰ ਨੂੰ ਕਿਸ ਤਰ੍ਹਾਂ ਸੋਚਣਾ ਚਾਹੀਦਾ ਕਿ ਕਿਸ ਤਰ੍ਹਾਂ ਉਹ ਲਿਖੇ ਹੋਏ ਕਿਸਾਨ ਨੂੰ ਬਾਹਰ ਕੱਢ ਸਕਦੇ? ਜਗਤਾਰ ਜੀ, ਪਹਿਲੀ ਗੱਲ ਤਾਂ ਇੱਕ ਐਕਨੋਲੇਜ ਕਰਨ ਵਾਲੀ ਗੱਲ ਜਿਹੜੀ ਹੈਗੀ ਹੈ, ਕਿਉਂਕਿ ਪਿਛਲੇ 2 ਹਫ਼ਤਿਆਂ ਵਿੱਚ ਮੇਰਾ ਵੀ ਵਾਸਤਾ ਪੈਂਦਾ ਪੱਤਰਕਾਰਾਂ ਨਾਲ ਗੱਲ ਕਰਨ ਦਾ, ਔਰ ਲੇਟੈਸਟ ਸੇ 30-40 ਮੀਡੀਆ ਦੇ ਜਿਹੜੇ ਪਲੇਟਫਾਰਮਸ ਨਾਲ ਤੁਸੀਂ ਅਗਰ ਗੱਲ ਕੀਤੀ ਹੈ, ਹਰ ਪੱਤਰਕਾਰ ਨੇ ਇੱਕ ਸਵਾਲ ਪੁੱਛਿਆ ਹੈ ਕਿ ਇਹਦਾ ਇਨਫਲੇਸ਼ਨ ਤੇ ਕੀ ਅਸਰ ਪਏਗਾ। ਔਰ ਮੈਂ ਹਰ ਵਾਰ ਇਹ ਕਹਿੰਦਾ ਕਿ ਤੁਹਾਨੂੰ ਇਨਫਲੇਸ਼ਨ ਦੀ ਫਿਕਰ ਕਿਉਂ ਹੁੰਦੀ ਹੈਗੀ ਹੈ? ਤੁਸੀਂ ਕਦੀ ਕਿਸਾਨਾਂ ਦੀ ਵੀ ਗੱਲ ਕੀਤੀ ਹੈ ਕਿ ਉਹਨਾਂ ਤੇ ਕੀ ਅਸਰ ਪਏਗਾ? ਮਿਹਰਬਾਨੀ ਸਰ, ਸਾਨੂੰ ਇਸ ਗੱਲ ਹੀ ਦਾ ਤੁਹਾਨੂੰ ਨੰਬਰ ਦਿਓਗੇ, ਅਸੀਂ ਇਨਫਲੇਸ਼ਨ ਦੀ ਗੱਲ ਨਹੀਂ ਕੀਤੀ। ਇਸੇ ਕਰਕੇ ਮੈਂ ਐਕਨੋਲੇਜ ਕਰਨਾ ਚਾਹੁੰਦਾ ਹੈਗਾ ਕਿ ਤੁਸੀਂ ਪਹਿਲੇ ਇੱਕ ਮਤਲਬ ਐਸਟੀਮਡ ਜਰਨਲਿਸਟ ਜਿਹੜੇ ਹੈਗੇ ਜਿਨ੍ਹਾਂ ਨੇ ਇਹ ਰਿਕਾਰਡ ਤੇ ਗੱਲ ਕੀਤੀ ਹੈ ਕਿ ਵੀ ਕਿਸਾਨਾਂ ਦਾ ਕੀ ਹਾਲ ਹੋਏਗਾ। ਨਹੀਂ ਤਾਂ ਸਾਰਾ ਮੀਡੀਆ ਇਨਫਲੇਸ਼ਨ ਉਹ ਲੱਗਦਾ ਕਿ ਕਿਸਾਨ ਕਿਤੇ ਮੈਟਰ ਹੀ ਨਹੀਂ ਕਰਦਾ। ਹਾਂਜੀ, ਔਰ ਇਹ ਜਿਹੜਾ ਲਾਈਵਲੀਹੁੱਡ ਹੈ, ਉਹਨਾਂ ਦਾ ਜਿਹੜਾ ਜੀਵਨ ਪੱਧਤੀ ਹੈ, ਉਹ ਕਿਸ ਤਰ੍ਹਾਂ ਉਹਦੇ ਨਾਲ ਇੰਪੈਕਟ ਹੋਏਗੀ, ਇਹ ਜਦ ਸਾਡੀ ਸੋਚ ਵਿੱਚ ਅਗਰ ਆ ਜਾਏਗਾ ਤਾਂ ਮੇਰਾ ਲੱਗਦਾ ਹੈ ਕਿ ਐਗਰੀਕਲਚਰ ਨੂੰ ਉਠਾਉਣ ਦਾ ਜਿਹੜਾ ਤਰੀਕਾ ਹੈਗਾ ਉਹ ਤਾਂ ਹੀ ਸ਼ੁਰੂਆਤ ਹੋਏਗੀ ਜੇ ਸਾਡੇ ਮੀਡੀਆ ਨੂੰ ਸਮਝ ਆਏਗੀ ਕਿ ਵੀ ਇੱਕ ਹਿਊਮਨ ਲਾਈਫ ਵੀ ਹੈ ਜਿਹੜੀ ਮੈਟਰ ਕਰਦੀ ਹੈ। ਜੀ, ਮੈਂ ਇੱਕ ਉਲਟਾ ਸਵਾਲ ਲੈਣਾ ਚਾਹਾਂਗਾ। ਤੁਸੀਂ ਮੀਡੀਆ ਦੀ ਗੱਲ ਕੀਤੀ ਹੈ, ਠੀਕ ਹੈ, ਮੀਡੀਆ ਦਾ ਵੀ ਬਹੁਤ ਸਾਰਾ ਹਿੱਸਾ ਜਿਹੜਾ ਹੈਗਾ ਕਿਸਾਨ ਦੇ ਦਰਦ ਨੂੰ ਨਹੀਂ ਸਮਝਦਾ ਹੋਏਗਾ, ਪਰ ਜੇ ਮੈਂ ਮਾਹਰਾਂ ਦੀ ਵੀ ਗੱਲ ਕਰਾਂ, ਮੈਂ ਇਹ ਨਹੀਂ ਗੱਲ ਕਰ ਰਿਹਾ, ਤੁਹਾਡੀ ਗੱਲ ਕਰ ਰਿਹਾ, ਜਿਹੜੇ ਖੇਤੀ ਮਾਹਰ ਹੈ, ਵੱਖ-ਵੱਖ ਫੀਲਡਸ ਦੇ ਜਿਹੜੇ ਮਾਹਰ ਹੈਗੇ ਆ, ਉਹ ਵੀ ਜਦੋਂ ਕਿ ਇਹੋ ਜਿਹੀ ਆਫਤ ਹੁੰਦੀ ਹੈ ਉਹ ਇਹੀ ਦੇਖਦੇ ਹੈ ਕਿ ਇਹਦਾ ਭੋਗੀ ਤੇ ਕੀ ਅਸਰ ਪਏਗਾ, ਕੀਮਤਾਂ ਤੇ ਕੀ ਅਸਰ ਪਏਗਾ। ਕਿੰਨੇ ਕੁ ਮਾਹਰ ਆਏ ਜਿਹੜੇ ਕਿਸਾਨ ਦੇ ਦਰਦ ਤੋਂ ਐਂਗਲ ਤੋਂ ਗੱਲ ਕਰਦੇ, ਇਹ ਵੀ ਤਾਂ ਇੱਕ ਵੱਡੀ ਗੱਲ ਹੈ ਨਾ। ਬਿਲਕੁਲ, ਬਹੁਤ ਬੜੀ ਗੱਲ ਹੈ। ਮੀਡੀਆ ਨਹੀਂ ਸਮਝਦਾ ਤਾਂ ਮਾਹਰ ਕਿਹੜਾ ਸਮਝਦੇ? ਬਿਲਕੁਲ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਬਹੁਤ ਇੰਪੋਰਟੈਂਟ ਹੈ, ਔਰ ਇਹੀ ਕਾਰਨ ਹੈ ਕਿ ਸਾਡੀ ਜਿਹੜੀ ਦੇਸ਼ ਦੀਆਂ ਐਗਰੀਕਲਚਰ ਦੀ ਪਾਲਿਸੀਜ਼ ਹੈਗੀਆਂ ਉਹ ਤੁਸੀਂ ਦੇਖੋ ਉਹ ਫਾਰਮਰ ਦੇ ਓਰੀਐਂਟਡ ਨਹੀਂ ਹੈਗੀਆਂ, ਫਾਰਮਰ ਦੇ ਨਾਲ ਓਰੀਐਂਟਡ ਨਹੀਂ ਹੈਗੀਆਂ। ਉਹ ਸਿਰਫ ਇਹ ਹੈਗਾ ਕਿ ਬਈ ਸਾਡੀ ਇਕਨੋਮੀ ਨੂੰ ਕੀ ਹੋਏਗਾ, ਐਜ਼ ਇਫ ਜਿਹੜਾ ਫਾਰਮਰ ਨੂੰ ਅਗਰ ਉਹਦਾ ਨੁਕਸਾਨ ਹੁੰਦਾ ਤਾਂ ਉਹ ਇਕਨੋਮੀ 'ਚ ਨਹੀਂ ਆਉਂਦਾ। ਲੁੱਕ ਐਟ ਦੈਟ ਥਿੰਕਿੰਗ। ਲੇਕਿਨ ਇਹੀ ਚੱਲਦਾ ਜੇ ਸਾਰੇ, ਔਰ ਐਕਸਪਰਟਸ ਵੀ ਸਾਡੇ ਉਹੀ ਗੱਲਾਂ ਕਰਦੇ ਹੈਗੇ ਕਿ ਜੇ ਇਨਫਲੇਸ਼ਨ ਤੇ ਇੰਨਾ ਅਸਰ ਪਏਗਾ। ਕੱਲ੍ਹ ਦਾ ਰਿਜ਼ਰਵ ਬੈਂਕ ਜਾਂ ਪਰਸੋਂ ਰਿਜ਼ਰਵ ਬੈਂਕ ਦੀ ਜਿਹੜੀ ਇੱਕ ਮੈਕਰੋ ਇਕਨੋਮਿਕ ਪਾਲਿਸੀ ਆਉਂਦੀ ਹੈ ਉਹਦਾ ਦੇਖ ਲਓ ਕਿ ਸਭ ਇਨਫਲੇਸ਼ਨ, ਕੋਈ ਫਾਰਮਰਸ ਦੀ ਗੱਲ ਨਹੀਂ ਕਰਨਾ ਚਾਹੁੰਦਾ। ਬਟ ਐਨੀਵੇ, ਹੈਵਿੰਗ ਸੈਡ ਦੈਟ, ਆਈ ਥਿੰਕ ਬਹੁਤ ਇੰਪੋਰਟੈਂਟ ਜਿਹੜੀ ਗੱਲ ਤੁਸੀਂ ਅੱਜ ਉਠਾਈ ਹੈ, ਇਹ ਲਾਈਵਲੀਹੁੱਡ ਤੇ ਕੀ ਅਸਰ ਪਏਗਾ। ਪੰਜਾਬ ਵਿੱਚ ਇਹ ਜੋ ਡਾਟਾ ਆਫੀਸ਼ੀਅਲ ਅਸੀਂ ਦੇਖ ਰਹੇ ਹੈਗੇ ਹਾਂ ਉਹ ਹੈ ਕਿ ਤਕਰੀਬਨ 14 ਲੱਖ ਹੈਕਟੇਅਰ ਵਿੱਚ ਇਹ ਨੁਕਸਾਨ ਹੋਇਆ ਹੈਗਾ, 14 ਲੱਖ ਏਕੜ ਵਿੱਚ ਨੁਕਸਾਨ ਹੋਇਆ ਹੈਗਾ। ਔਰ 14 ਲੱਖ ਏਕੜ ਘੱਟ ਨਹੀਂ ਹੁੰਦਾ ਹੈਗਾ ਕਿਉਂਕਿ ਸਾਡਾ ਤਕਰੀਬਨ 39 ਲੱਖ ਦੇ ਆਸ-ਪਾਸ ਜਿਹੜੀ ਸੋਇੰਗ ਹੋਈ ਹੈ ਉਹਦੇ ਵਿੱਚੋਂ ਇੰਨਾ ਅਫੈਕਟਡ ਹੋ ਗਿਆ ਹੈਗਾ। ਔਰ ਇਹਦੇ ਪਰ ਮੈਟਰ ਕਰਨਾ ਮਤਲਬ ਉਹਨਾਂ ਦਾ ਜਿਹੜਾ ਇਕਨੋਮਿਕ ਕਿਸਾਨ ਦੀ ਕੰਡੀਸ਼ਨ ਹੋਏਗੀ ਉਹਦੇ ਪਰ ਕੀ ਮਾਰ ਪੈਂਦੀ ਹੈ, ਆਈ ਥਿੰਕ ਉਹ ਸਮਝਣਾ ਬਹੁਤ ਜ਼ਰੂਰੀ ਹੈ। ਔਰ ਇਹ ਅੱਛਾ ਲੱਗਿਆ, 2-3 ਕਦਮ ਤਾਂ ਬੜੇ ਇੰਪੋਰਟੈਂਟ ਹੈਗੇ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਤਾਂ ਜਿਹੜਾ 15,000 ਰੁਪਏ ਸਾਰੀ ਉਹਦਾ ਪਰ ਏਕੜ ਦਾ ਜਿਹੜਾ ਨੁਕਸਾਨ ਦੇ ਭਰਪਾਈ ਵਾਸਤੇ ਦਿੱਤਾ ਹੈਗਾ। ਆਈ ਥਿੰਕ ਦੈਟਸ ਅ ਵੈਰੀ ਪੋਜ਼ਿਟਿਵ ਡਿਵੈਲਪਮੈਂਟ। ਹਾਂਜੀ, ਆਈ ਥਿੰਕ ਘੱਟੋ ਘੱਟ ਇਹ ਤਾਂ ਸਮਝਣਾ ਸ਼ੁਰੂ ਕੀਤਾ ਹੈ ਕਿ ਬਈ 1 ਏਕੜ ਅਗਰ ਮਾਰ ਪੈਂਦੀ ਹੈ ਤਾਂ ਕਿਸਾਨ ਨੂੰ ਇੰਨਾ ਮੁਆਵਜ਼ਾ ਮਿਲੇਗਾ ਉਹਦਾ। ਸੌਰੀ ਕਿ ਤੁਸੀਂ ਜਿਵੇਂ ਇਹਨੇ ਕਿਸਾਨ ਦੇ ਦਰਦ ਨੂੰ ਸਮਝਦੇ ਹੋ, ਤੁਹਾਡੇ ਵਰਗੇ ਮਾਹਰ ਇਹ ਗੱਲ ਕਹਿਣ ਕਿ 15,000 ਸਫੀਸ਼ੀਐਂਟ ਹੈ, ਤੁਸੀਂ ਸਮਝਦੇ ਹੋ ਕਿ ਜਿਹੜੇ ਕਿਸਾਨ ਨੇ ਬੀਜ ਲਿਆ, ਜਿਹੜੇ ਕਿਸਾਨ ਨੇ ਖਾਦ ਪਾਈ, ਜਿਹੜੇ ਕਿਸਾਨ ਨੇ ਆਪਣੇ ਬਹੁਤ ਸਾਰੀਆਂ ਦਿਹਾੜੀਆਂ ਉਸ ਮੁੱਦੇ ਤੇ ਪਰਿਵਾਰ ਲੱਗਿਆ ਰਿਹਾ, ਤੇ 15,000 ਤੋਂ ਤਾਂ ਬੀਜ ਦਾ ਮੁੱਲ ਵੀ ਨਹੀਂ ਮੁੜਦਾ, ਤੁਸੀਂ ਉਸ ਦੀ ਹਿਮਾਇਤ ਕਰ ਰਹੇ ਹੋ? ਨਹੀਂ, ਮੈਂ ਉਹਦੇ ਵਿੱਚ ਇਹ ਗੱਲ ਕਰ ਰਿਹਾ ਕਿ ਜਿਹੜੀ ਸਾਡੇ ਉਹਦੀ ਲਿਮਿਟ ਸੀਗੀ ਉਹਨਾਂ ਨੂੰ बढ़ा ਕੇ ਸਰਕਾਰ ਨੇ ਉਹਨੂੰ बढ़ाया ਹੈਗਾ ਐਟ ਅ ਲੈਵਲ ਕਿ 15,000 ਰੁਪਏ। ਚਲੋ ਕੁਝ ਦਿੱਤਾ ਤਾਂ ਹੈ। ਮੈਂ ਇਸ ਗੱਲ ਤੋਂ ਕਹਿ ਰਿਹਾ ਹੈਗਾ ਕਿ ਵੀ ਕੁਝ ਦਿੱਤਾ ਤਾਂ ਹੈ ਨਾ, ਕੁਝ ਇਹ ਤਾਂ ਸਮਝ ਆਇਆ ਕਿ ਵੀ ਨੁਕਸਾਨ ਕਿਸਾਨ ਦਾ ਹੋਣ ਜਾ ਰਿਹਾ, ਭਰਪਾਈ ਤਾਂ ਉਹਦੀ ਨਹੀਂ ਹੋ ਸਕਦੀ ਹੈ ਕਿਉਂਕਿ ਆਪਾਂ ਹਰ ਵਾਰ ਇਹ ਜਾਣਨਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਪਹਿਲੇ ਤੁਹਾਨੂੰ ਯਾਦ ਹੈ ਮਹਾਰਾਸ਼ਟਰ ਵਿੱਚ ਪਿਆਜ਼ ਵਾਲੇ ਦਾ ਇੱਕ ਇੰਸੀਡੈਂਟ ਹੁੰਦਾ। ਇੰਸੀਡੈਂਟ ਕਿਹਾ ਮਤਲਬ ਇੰਨਾ ਨੁਕਸਾਨ ਹੋਇਆ ਉਹਨਾਂ ਦਾ ਕਿ ਉਹਨਾਂ ਨੂੰ ਸੜਕਾਂ ਤੇ ਸਿੱਟਣੇ ਪਏ, ਅੱਗ ਵੀ ਲਗਾਉਣੀ ਪਈ ਪਿਆਜ਼ ਨੂੰ। ਫਿਰ ਟਮਾਟਰ ਦਾ ਅਸੀਂ ਹਾਲ ਦੇਖਿਆ, ਭਿੰਡੀ ਦਾ ਹਾਲ ਦੇਖਿਆ, ਗੋਭੀ ਦਾ, ਮਤਲਬ ਵੈਜੀਟੇਬਲਸ ਦਾ ਸਾਰੇ ਦੇਸ਼ ਵਿੱਚ, ਆਲੂ ਦਾ ਪੰਜਾਬ ਵਿੱਚ, ਹਾਂਜੀ ਆਲੂ ਬੰਗਾਲ ਤੋਂ ਲੈ ਕੇ ਪੰਜਾਬ ਤੱਕ ਆਲੂਆਂ ਦਾ ਨੁਕਸਾਨ ਹੋਇਆ। ਉਹਦੇ ਨਾਲ ਫਿਰ ਉੱਪਰ ਮਾਰ ਪੈਂਦੀ ਹੈਗੀ ਮੌਸਮ ਦੀ, ਔਰ 2 ਵਾਰੀ ਜਿਹੜਾ ਰੇਨਫਾਲ ਦਾ ਐਕਸੈਸ ਰੇਨਫਾਲ ਪਲੱਸ ਜਿਹੜਾ ਹੇਲ ਸਟੋਰਮ ਵਗੈਰਾ ਸਭ ਹੋਇਆ, ਨੁਕਸਾਨ ਹੋਇਆ। ਉਹਦਾ ਸਾਰਾ ਕੁਝ ਮਿਲਾ ਲਈਏ, ਜੋੜ ਲਈਏ ਤਾਂ ਮਤਲਬ ਕਿ ਐਗਰੀਕਲਚਰ ਇੰਨੀ ਤਰਾਸਦੀ ਤੋਂ ਨਿਕਲ ਰਿਹਾ ਹੈਗਾ ਅੱਜ। ਔਰ ਉਹਦੇ ਉੱਪਰ ਔਨ ਟੌਪ ਆਫ ਇਟ ਜਿਹੜੀ ਮਿਹਰਬਾਨੀ ਹੋਣੀ ਚਾਹੀਦੀ ਸੀਗੀ ਨੇਚਰ ਦੀ ਜਾਂ এনवायरमेंट ਦੀ, ਉਹ ਵੀ ਨਹੀਂ ਹੈਗੀ ਹੈ। ਸੋ ਉਸ ਕ੍ਰਾਈਸਿਸ ਸਿਚੁਏਸ਼ਨ ਤੋਂ ਕੱਢਣਾ ਬਹੁਤ ਜ਼ਰੂਰੀ ਹੈ। ਤਾਂ ਅਗਰ ਇੱਕ ਸਟੇਟ ਵੀ ਇਹ ਸਟੈਪ ਲੈਂਦੀ ਹੈ ਕਿ ਅਸੀਂ 15,000 ਰੁਪਏ ਕਰ ਰਹੇ ਹੈਗੇ ਹਾਂ ਤੁਹਾਡਾ ਜਿਹੜਾ ਮੁਆਵਜ਼ਾ ਹੈਗਾ, ਕੁਛ ਤਾਂ ਉਹ ਤੋਂ ਰਾਹਤ ਮਿਲਦੀ ਹੈ ਨਾ। ਲੈਟਸ ਸੇ ਕਿ ਪਹਿਲੇ ਜਿਹੜਾ ਸੀਗਾ ਜੋ ਲੈਵਲ ਸੀਗਾ ਉਹਦੇ ਉੱਪਰ ਨਿਕਲੀ ਹੈਗੀ ਹੈ। ਅਲਟੀਮੇਟਲੀ ਦੇਖੋ ਜੋ ਇੱਕ ਅਸੀਂ ਸੋਚ ਸਾਨੂੰ ਇਹ ਜਾਣਨੀ ਜ਼ਰੂਰੀ ਹੈਗੀ ਕਿ ਵੀ ਆਫਟਰ ਆਲ ਕਿਸਾਨ ਦਾ ਜਿਹੜਾ, ਅਗਰ ਤੁਸੀਂ ਦੇਖੋ ਨਾ ਪੰਜਾਬ ਦਾ ਜਿਹੜਾ ਲੈਵਲ ਹੈ ਖੇਤੀ ਦਾ, ਉਹਨੂੰ ਅਸੀਂ ਮੰਨਦੇ ਹਾਂ ਕਿ ਅੱਜ ਟੌਪ ਤੇ ਪੰਜਾਬ ਚੱਲ ਰਿਹਾ
ਸਾਰੇ ਦੇਸ਼ ਵਿੱਚ ਤਕਰੀਬਨ 22,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨਾਂ ਦੀ ਉਹ ਬੰਦੀ ਹੈਗੀ ਹੈ, ਇਨਕਮ ਬੰਦੀ ਹੈਗੀ, ਦੈਟ ਇਜ਼ ਓਕੇ। ਲੇਕਿਨ ਸਾਰੇ ਦੇਸ਼ ਵਿੱਚ ਤਾਂ ਉਹ ਤੋਂ ਬਹੁਤ ਘੱਟ ਹੈਗੀ ਹੈ। ਹੁਣ ਦੇਖੋ ਮੈਂ ਨਾਗਾਲੈਂਡ 'ਚੋਂ ਆ ਰਿਹਾ ਸਰ, ਹਾਂਜੀ ਮੈਂ ਪਿਛਲੇ ਹਫ਼ਤੇ ਉੱਥੇ ਸੀਗਾ। ਤੁਹਾਨੂੰ ਹੈਰਾਨਗੀ ਹੋਏਗੀ ਕਿ ਨਾਗਾਲੈਂਡ ਉਹਨਾਂ ਸਟੇਟਸ ਵਿੱਚੋਂ ਆਉਂਦਾ, 17 ਸਟੇਟਸ ਹੈਗੇ ਜਿਹੜੇ ਦੇਸ਼ ਵਿੱਚ ਜਿਨ੍ਹਾਂ ਦੀ ਜਿਹੜੀ ਸਾਲ ਦੀ ਔਸਤਨ ਇਨਕਮ ਹੈਗੀ ਹੈ ਕਿਸਾਨਾਂ ਦੀ ਉਹ 20,000 ਤੋਂ ਘੱਟ ਹੈਗੀ ਹੈ। 20,000 ਮਤਲਬ 1,700 ਰੁਪਏ ਤੋਂ ਘੱਟ ਹੈਗੀ ਹੈ ਹਰ ਮਹੀਨੇ 17 ਰਾਜੇ ਵਿੱਚ, ਅੱਧਾ ਦੇਸ਼ ਹੀ ਹੋ ਗਿਆ ਨਾ। ਉਹਦੇ ਵਿੱਚ ਉਹ ਵੀ ਪ੍ਰਦੇਸ਼ ਹੈਗਾ ਜਿਹਦੀ ਆਪਾਂ ਗੱਲ ਕਰ ਰਿਹਾ ਹੈਗਾ। ਤਾਂ ਉੱਥੇ ਤੁਸੀਂ ਦੇਖੋ ਕਿੰਨਾ ਐਗਰੀਕਲਚਰ ਦਾ ਉੱਥੇ ਜਿਹੜਾ ਹੈਗਾ ਬੁਰਾ ਹਾਲ ਹੀ ਕਹਾਂਗਾ ਮੈਂ ਕਿ ਬਈ ਕਿਸਾਨ ਦੀ ਇਨਕਮ ਅਗਰ ਉਸ ਲੈਵਲ ਤੇ ਹੈ। ਪੰਜਾਬ ਮੈਂ ਕਹਿ ਰਿਹਾ ਰਿਲੇਟਿਵਲੀ ਬੈਟਰ ਹੈਗਾ, ਰਿਲੇਟਿਵਲੀ ਬੈਟਰ ਹੈ, ਲੇਕਿਨ ਨਾਲ ਵੀ ਬੈਟਰ ਇਹਦਾ ਰਿਜ਼ਲਟ ਆਉਂਦਾ ਹੈ ਤੇ ਪ੍ਰੋਡਕਸ਼ਨ ਦੇ ਲਿਹਾਜ਼ ਨਾਲ ਜਦੋਂ ਨੁਕਸਾਨ ਹੁੰਦਾ ਤਾਂ ਨੁਕਸਾਨ ਵੀ ਉਸ ਲਿਹਾਜ਼ ਨਾਲ ਅੰਕਿਆ ਜਾਂਦਾ। ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਆਫਟਰ ਆਲ ਪਿਛਲੇ ਸਾਲ ਜਿਹੜਾ ਮੌਸਮ ਦੀ ਮਾਰ ਪਈ ਸੀਗੀ, ਸਪੈਸ਼ਲੀ ਜਿਹੜਾ ਹੀਟ ਵੇਵ ਸੀਗਾ, ਇਸ ਸਾਲ ਹੀਟ ਵੇਵ ਵੀ ਸੀਗੀ ਨਾਲ ਉਹਦੇ ਬਾਅਦ ਜਿਹੜਾ ਆਪਾਂ ਦੇਖਿਆ 2 ਵਾਰੀ ਜਿਹੜਾ ਰਿਪੀਟਿਡ ਜਿਹੜਾ ਰੇਨਫਾਲ ਦਾ ਜਿਹੜਾ ਨੁਕਸਾਨ ਹੋਇਆ, ਹੈਵੀ ਰੇਨਸ ਦਾ ਔਰ ਅਨਟਾਈਮਲੀ ਰੇਨਸ ਦਾ ਸੀਗਾ। ਔਰ ਹੁਣ ਅਸੀਂ ਦੇਖਾਂਗੇ ਜਿਹੜੇ ਹੁਣ ਪ੍ਰੋਡਿਊਸ ਆਏਗੀ ਮੰਡੀਆਂ ਵਿੱਚ ਉਹਦੇ ਵਿੱਚ ਪ੍ਰੋਬਲਮਸ ਹੋਣਗੇ, ਕੁਆਲਿਟੀ ਦੇ ਪ੍ਰੋਬਲਮਸ ਹੋਣਗੇ, ਈਲਡ ਲਾਸ ਤਾਂ ਹੋਇਆ ਹੀ ਹੋਇਆ ਹੈਗਾ। ਸੋ ਡਿਲੇ ਵੀ ਹੋਏਗੀ ਹੈ ਨਾ, ਫਿਰ ਬ੍ਰੋਕਨ ਜਿਹੜਾ ਇਨਸੀਡੈਂਟ ਹੁੰਦਾ, ਬਲੈਕ ਹੋ ਜਾਣਾ ਗ੍ਰੇਨ ਦਾ, ਇਹ ਸਾਰਾ ਕੁਝ ਜਿਹੜਾ ਨੁਕਸਾਨ ਕਿਸਾਨ ਨੂੰ ਭੁਗਤਣਾ ਪਏਗਾ, ਕੱਟ ਵੀ ਲਗਾਉਣਾ ਪਏਗਾ ਕਿਤੇ ਨਾ ਕਿਤੇ ਉਹਨਾਂ ਨੂੰ। ਠੀਕ ਹੈ, ਐਕਸਪੈਕਟ ਅਸੀਂ ਕਰ ਰਹੇ ਹਾਂ ਕਿ ਮੋਇਸਚਰ ਪਰਸੈਂਟੇਜ बढ़ाती जाएगी ਪ੍ਰੋਕਿਉਰਮੈਂਟ ਵਾਸਤੇ। ਉਹ ਤਾਂ ਚਲੋ ਮੱਧ ਪ੍ਰਦੇਸ਼ 'ਚ ਵੀ ਹੋਇਆ ਹੈਗਾ, ਪੰਜਾਬ 'ਚ ਵੀ ਹੋ ਜਾਏਗਾ, ਹਾਂਜੀ। ਪਰ ਦੀ ਪੁਆਇੰਟ ਸਟਿਲ ਇਜ਼ ਕਿ ਵੀ ਜਿਹੜਾ ਉਹਦੀ ਇਕਨੋਮਿਕ ਹਾਲਾਤ ਜਿਹੜੇ ਹੈਗੇ ਆ ਉਹਦੇ ਵਿੱਚੋਂ ਉਹਨੂੰ ਕਿਸ ਤਰ੍ਹਾਂ ਅਸੀਂ ਬਾਹਰ ਕੱਢ ਕੇ ਲੈ ਕੇ ਆਈਏ, ਕਿ ਉਹਦਾ ਪੱਕਾ ਇੱਕ ਮੈਕੈਨਿਜ਼ਮ ਬਣਾਈਏ ਕਿ ਵੀ ਉਹਨੂੰ ਮਾਰ ਵੀ ਪੈਂਦੀ ਹੈ ਅਗਰ ਮੌਸਮ ਦੀ ਤਾਂ ਇੱਕ ਸਿਸਟਮ ਆਟੋਮੈਟਿਕਲੀ ਹੋ ਜਿਹੜਾ ਆਪਣੇ ਆਪ ਹੀ ਖੜਾ ਹੋ ਜਾਏ। ਇਸ ਕਰਕੇ ਵੀ ਆਇਆ ਮੈਂ, ਦੇਖੋ ਹੁਣ ਤਾਂ ਚਲੋ ਬਾਰਿਸ਼ ਹੋ ਗਈ, ਇਸ ਤੋਂ ਕੁਝ ਦਿਨ ਪਹਿਲਾਂ ਜੇ ਆਪਾਂ ਵੈਦਰ ਦੀ ਗੱਲ ਕਰਦੇ ਹਾਂ ਇਹ ਆ ਰਿਹਾ ਸੀ ਕਿ ਬਹੁਤ ਗਰਮੀ ਪੈ ਰਹੀ ਹੈ ਔਰ ਇਹਦੇ ਕਰਕੇ ਵੀ ਜਿਹੜਾ ਫਸਲਾਂ ਦਾ ਨੁਕਸਾਨ ਹੋਏਗਾ, ਇੱਕਦਮ ਇੰਨਾ ਟੈਂਪਰੇਚਰ ਹਾਈ ਹੋ ਜਾਂਦਾ ਹੈ। ਹੁਣ ਬਾਰਿਸ਼ ਗੜੇ ਪੈ ਗਿਆ ਤਦ ਵੀ ਨੁਕਸਾਨ ਹੋ ਗਿਆ। ਇਹ ਕੁਦਰਤੀ ਆਫਤਾਂ ਦਾ ਭਰਪਾਈ ਕਰਨ ਦੇ ਤੇ ਟਾਕਰੇ ਲੈਣੇ ਕੋਈ ਨਾ ਕੋਈ ਤਾਂ ਸਿਸਟਮ ਜਿੱਦਾਂ ਤੁਸੀਂ ਕਹਿ ਰਹੇ ਕੋਈ ਨਾ ਕੋਈ ਪ੍ਰਬੰਧ ਤਾਂ ਹੋਣਾ ਚਾਹੀਦਾ ਨਾ। ਮੈਂ ਉਹੀ ਕਹਿ ਰਿਹਾ ਕਿ ਦੇਖੋ ਅਗਰ ਸਾਡੇ ਕੋਲ ਕ੍ਰੌਪ ਇੰਸ਼ੋਰੈਂਸ ਅਗਰ ਇਸ ਤਰੀਕੇ ਨਾਲ ਬਣਾਇਆ ਜਾਂਦਾ ਕਿ ਪੰਜਾਬ ਤਾਂ ਹਾਲੇ ਕ੍ਰੌਪ ਇੰਸ਼ੋਰੈਂਸ ਵਿੱਚ ਗਿਆ ਨਹੀਂ ਹੈਗਾ, ਲੇਕਿਨ ਜੇ ਕ੍ਰੌਪ ਇੰਸ਼ੋਰੈਂਸ ਨੈਸ਼ਨਲ ਲੈਵਲ ਤੇ ਵੀ ਜੋ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਹੈ, ਅਗਰ ਅਸੀਂ ਉਹਨੂੰ ਕਾਰਪੋਰੇਟ ਦੇ ਪ੍ਰੋਫਿਟ ਨੂੰ ਇੰਸ਼ੋਰ ਨਹੀਂ ਕੀਤਾ ਹੁੰਦਾ ਔਰ ਅਸੀਂ ਦੇਖਿਆ ਹੁੰਦਾ ਕਿ ਵੀ ਕਿਸਾਨ ਨੂੰ ਜਿਹੜਾ ਉਹ ਕਿਸ ਤਰ੍ਹਾਂ ਉਹਦੀ ਮਦਦ ਹੋ ਸਕਦੀ ਹੈ ਔਰ ਇੱਕ ਪੱਕਾ ਇੱਕ ਮੈਕੈਨਿਜ਼ਮ ਬਣ ਜਾਂਦਾ, ਮੈਨੂੰ ਲੱਗਦਾ ਕਿ ਸਾਨੂੰ ਸਰਕਾਰਾਂ ਨੂੰ ਉਸ ਗੱਲ ਤੇ ਜਿਹੜੀ ਚਿੰਤਾ ਜਿਹੜੀ ਹਟ ਜਾਣੀ ਚਾਹੀਦੀ ਸੀਗੀ, ਕਿਉਂਕਿ ਉਹ ਕ੍ਰੌਪ ਇੰਸ਼ੋਰੈਂਸ ਮੈਕੈਨਿਜ਼ਮ ਨੇ ਆਪਣੇ ਆਪ ਉਸ ਗੱਲ ਨੂੰ ਆਟੋਮੈਟਿਕਲੀ ਹੈਂਡਲ ਕਰਨਾ ਸੀਗਾ। ਹੁਣ ਦੇਖੋ ਇੱਕ ਬੜੀ ਇੰਟਰਸਟਿੰਗ ਗੱਲ ਹੈ ਸਰ ਕਿ ਆਪਾਂ ਜੇ ਕ੍ਰੌਪ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਪਿਛਲੇ 6 ਸਾਲਾਂ ਤੋਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਚੱਲ ਰਹੀ ਹੈ ਔਰ ਮੈਂ ਕਈ ਜਗ੍ਹਾ ਕਿਹਾ ਕਿ ਬਈ ਤਕਰੀਬਨ 17 ਲੱਖ ਕਰੋੜ ਰੁਪਏ ਜਿਹੜਾ ਹੈਗਾ ਉਹ ਪ੍ਰੀਮੀਅਮ ਗਿਆ ਹੈਗਾ ਕੰਪਨੀਆਂ ਨੂੰ। ਸਰ ਐਗਜ਼ੈਕਟਲੀ ਆਮ ਸੌਰੀ ਵਿੱਚ ਟੋਕ ਰਹੇ ਸ਼ਾਇਦ ਇਹੀ ਵਜ੍ਹਾ ਹੈਗੀ ਹੈ ਕਿ ਭਾਜਪਾ ਦੇ ਕੁਝ ਰਾਜਾਂ ਨੇ ਲਾਗੂ ਕਰਨ ਤੋਂ ਬਾਅਦ ਇਹਨੂੰ ਰੋਕਤਾ। 6-7 ਸਟੇਟਸ ਨੇ ਆਪਣੀ ਵਿਡਰਾਅ ਕੀਤਾ ਬਾਅਦ ਵਿੱਚ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਪਰ ਤੁਸੀਂ ਪਹਿਲੇ ਦੇਖੋ ਨਾ 17 ਲੱਖ ਕਰੋੜ ਤਾਂ ਉਹਨਾਂ ਨੂੰ ਗਿਆ ਹੈਗਾ, 17 ਲੱਖ ਪਲੱਸ ਉਹਨਾਂ ਨੂੰ ਗਿਆ ਹੈਗਾ ਐਜ਼ ਅ ਪ੍ਰੀਮੀਅਮ, ਠੀਕ ਹੈ। ਔਰ ਉਹਨਾਂ ਨੇ ਕੋਈ 13 ਲੱਖ ਪਲੱਸ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਉਹਨਾਂ ਨੇ ਕੰਪਨਸੇਸ਼ਨ ਦਿੱਤਾ ਹੈਗਾ। ਉਹਦੇ ਵਿੱਚ ਤਕਰੀਬਨ 40,000 ਕਰੋੜ ਰੁਪਏ ਤੋਂ ਜ਼ਿਆਦਾ ਕੰਪਨੀਆਂ ਨੂੰ ਫਾਇਦਾ ਹੋਇਆ ਹੈਗਾ। ਇਹ ਉਹਨਾਂ ਦਾ ਅਸ਼ੋਰਡ ਪ੍ਰੋਫਿਟ ਹੋ ਗਿਆ ਨਾ। 40,000 ਕਰੋੜ ਰੁਪਏ ਜੇ ਤੁਸੀਂ ਵੈਸੇ ਹੀ ਕਿਸਾਨਾਂ ਨੂੰ ਦੇ ਦਿੰਦੇ ਉਹਨਾਂ ਦਾ ਲਾਸ ਐਸਟੀਮੇਟ ਕਰਕੇ ਤਾਂ ਅੱਜ ਤੱਕ ਜਿੰਨੇ ਵੀ ਨੁਕਸਾਨ ਹੋਇਆ ਸਾਰਾ ਭਰਵਾਈ ਹੋਇਆ, ਸਾਰੇ ਭਰਪਾਈ ਹੋ ਰਹੀ ਸੀ। ਤੁਸੀਂ ਕਾਰਪੋਰੇਟ ਨੂੰ ਦੇਤਾ, ਕਿਸੇ ਨੂੰ ਤਕਲੀਫ ਨਹੀਂ ਹੈਗੀ ਹੈ, ਲੇਕਿਨ ਤੁਸੀਂ ਕਿਸਾਨ ਨੂੰ ਨਹੀਂ ਦੇਣਾ ਚਾਹੁੰਦੇ ਹੈਗੇ। ਔਰ ਇਹ ਸਿਸਟਮ ਕਿਉਂ ਅਗਰ ਆਪਾਂ ਐਸਾ ਇਖਤਿਆਰ ਕੀਤਾ ਹੁੰਦਾ ਕਿ ਬਈ ਇਹ ਜਿਹੜਾ 40,000 ਹੈ ਕਿਸਾਨਾਂ ਨੂੰ ਜਾਂਦਾ, ਪਲੱਸ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਇੰਸ਼ੋਰੈਂਸ ਵਿੱਚੋਂ ਕੰਪਨੀਆਂ ਨੂੰ ਹਰ ਵਾਰ ਉਨਾ ਪ੍ਰੋਫਿਟ ਹੋਣਾ ਹੀ ਚਾਹੀਦਾ ਹੈਗਾ, ਹੈ ਨਾ ਜੀ। ਲੇਕਿਨ ਉਹ ਮੈਕੈਨਿਜ਼ਮ ਨਹੀਂ ਤਿਆਰ ਹੋਇਆ ਨਾ, ਉਹ ਮੈਕੈਨਿਜ਼ਮ ਤਿਆਰ ਨਹੀਂ ਆ। ਹੁਣ ਮੈਨੂੰ ਨਹੀਂ ਪਤਾ ਕਿ ਜਿਹੜਾ ਪੰਜਾਬ ਕਰਨ ਜਾ ਰਿਹਾ ਹੈਗਾ, ਪੰਜਾਬ ਹੁਣ ਕਹਿ ਰਿਹਾ ਕਿ ਵੀ ਅਸੀਂ ਪੰਜਾਬ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਅਡਾਪਟ ਕਰਾਂਗੇ, ਪਰ ਮੈਨੂੰ ਨਹੀਂ ਪਤਾ ਕਿ ਉਸ ਚੀਜ਼ ਨੂੰ ਕਵਰ ਅਪ ਕਰਨ ਪਾਉਣਗੇ ਕਿ ਨਹੀਂ ਕਰਨ ਪਾਉਣਗੇ। ਕਰਨ ਦੀ ਚੀਜ਼ਾਂ 2-3 ਚੀਜ਼ਾਂ ਬਹੁਤ ਜ਼ਰੂਰੀ ਹੈ ਜੀ। ਇੱਕ ਆਪਾਂ ਇਹ ਨਹੀਂ ਜਾਣਦੇ ਕਿ ਜਦ ਪ੍ਰਾਈਵੇਟ ਕੰਪਨੀਆਂ ਬੈਠ ਕੇ ਜਦ ਡਿਮਾਰਕੇਟ ਕਰਦੀਆਂ ਨਾ ਕਿ ਇੱਥੇ ਅਸੀਂ ਇਸ ਏਰੀਆ ਨੂੰ ਅਸੀਂ ਲੈਣਾ ਹੈਗਾ ਜਿਹਦੇ ਨੁਕਸਾਨ ਹੋਏਗਾ, ਉਹਦੇ ਵਿੱਚ ਇੱਕ ਥ੍ਰੈਸ਼ਹੋਲਡ ਲੈਵਲ ਬਣਾਇਆ ਜਾਂਦਾ ਜੀ। ਥ੍ਰੈਸ਼ਹੋਲਡ ਲੈਵਲ ਇਹ ਹੈ ਕਿ ਸਪੋਜ਼ ਕਰੋ ਉਹਨਾਂ ਨੇ ਐਵਰੇਜ ਕੱਢਦੀ ਹੈ ਕਿ ਇਸ ਡਿਸਟ੍ਰਿਕਟ ਵਿੱਚ ਲੈਟ ਅਸ ਸੇ ਹੈ ਨਾ ਕਿ ਉਹਦੇ ਵਿੱਚ ਤੁਹਾਡੀ ਪੈਦਾਵਾਰ ਇੰਨੀ ਹੋਏਗੀ 40 ਕੁਇੰਟਲ ਕਹਿ ਲੈ ਸਪੋਜ਼ ਕਰੋ, ਹਾਂਜੀ 40 ਕੁਇੰਟਲ ਕਹਤਾ, ਲੇਕਿਨ ਤੁਹਾਡੀ ਕਿਸਾਨ ਦੀ ਹੁੰਦੀ ਹੈ 60 ਕੁਇੰਟਲ, ਤਾਂ ਉਹਨੂੰ 40 ਕੁਇੰਟਲ ਦੇ ਅਗਰ ਉਹਦੀ ਹੋ ਜਾਂਦੀ ਹੈ 60 ਤੋਂ 40 ਆ ਜਾਂਦੀ ਹੈ ਤਾਂ ਉਹਨੂੰ ਤਾਂ ਉਹੀ ਕੋਈ ਮੁਆਵਜ਼ਾ ਨਹੀਂ ਮਿਲੇਗਾ ਕਿਉਂਕਿ ਉਹਨਾਂ ਦੇ ਥ੍ਰੈਸ਼ਹੋਲਡ ਲੈਵਲ ਉਹ ਬਣਾਇਆ ਹੋਇਆ ਸੀਗਾ। ਮੈਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀ ਹੈਗੀਆਂ ਉਹਦੇ ਵਿੱਚ ਬੜੀ ਸਪੈਲਡ ਆਊਟ ਹੈਗੀਆਂ ਔਰ ਸਭ ਨੇ ਪੁਆਇੰਟ ਆਊਟ ਕੀਤਾ ਕਿ ਵੀ ਇਹ ਚੀਜ਼ਾਂ ਨੂੰ ਹਟਾਓ, ਇੱਕ ਪਰ ਯੂਨਿਟ ਵੀ ਕਰੋ ਕਿ ਅੱਜ ਕੱਲ੍ਹ ਟੈਕਨੋਲੋਜੀ ਹੈਗੀ ਹੈ, ਤੁਸੀਂ ਇੱਕ ਪੇੜ ਨੂੰ ਤਾਂ ਆਈਡੈਂਟੀਫਾਈ ਕਰ ਲੈਂਦੇ ਹੋ, ਤੁਸੀਂ ਖੇਤ ਦਾ ਨੁਕਸਾਨ ਹੁੰਦਾ ਤੁਸੀਂ ਉਹ ਕਹਿੰਦੇ ਜੀ ਤਾਂ ਪਟਵਾਰੀ ਆ ਕੇ ਦੱਸੇਗਾ, ਕਿਉਂ ਸੈਟੇਲਾਈਟ ਵਾਲੇ ਨਹੀਂ ਦੱਸ ਸਕਦੇ?
ਕੇਵਲ ਪਟਵਾਰੀ ਨਹੀਂ ਸਰ, ਇਹ ਵੀ ਕਹਿੰਦੇ ਕਿ ਘੱਟੋ ਘੱਟ ਪਿੰਡ ਇੱਕ ਯੂਨਿਟ ਬਣਿਆ ਜਾਏਗਾ, ਯਾਨੀ ਪਿੰਡ ਦੇ ਇੱਕ ਹਿੱਸੇ 'ਚ ਗੜੇ ਪੈ ਗਏ, ਦੂਜੇ 'ਚ ਖੇਤੀ ਹੋਊਗੀ ਤਾਂ ਉਹਨੂੰ ਮੁਆਵਜ਼ਾ ਨਹੀਂ ਮਿਲੇਗਾ। ਉਹ ਤਾਂ ਐਵਰੇਜ, ਉਹੀ ਤਾਂ ਕਹਿ ਰਿਹਾ, ਉਹ ਕਮੀ ਹੈ ਨਾ ਕਿ ਤੁਸੀਂ ਐਵਰੇਜ ਲੈਂਦੇ ਹੋਗੇ ਪਿੰਡ ਦਾ, ਕਿ ਪਿੰਡ ਵਿੱਚ ਜਿੰਨਾ ਨੁਕਸਾਨ ਹੋਇਆ ਉਹਦੇ ਹਿਸਾਬ ਨਾਲ ਕਿਸਾਨ ਨੂੰ ਮਿਲੇਗਾ। ਮੇਰੇ ਖੇਤ ਵਿੱਚ ਸਪੋਜ਼ ਕਰੋ 70% ਨੁਕਸਾਨ ਹੋ ਗਿਆ, ਮੇਰੇ ਪਿੰਡ ਵਿੱਚ 30% ਹੋਇਆ ਹੈਗਾ, ਤਾਂ ਐਵਰੇਜ ਤਾਂ ਘਟ ਗਈ ਨਾ। ਤਾਂ ਐਵਰੇਜ ਘਟ ਗਈ ਤਾਂ ਮੇਰਾ ਨੁਕਸਾਨ ਤਾਂ ਘਟ ਗਿਆ ਨਾ, ਮਤਲਬ ਤੁਸੀਂ ਦਿਖਾਤਾ ਮੈਨੂੰ ਕੰਪਨਸੇਸ਼ਨ ਤਾਂ ਘੱਟ ਮਿਲੇਗੀ। ਪਰ ਮੇਰਾ ਕਹਿਣਾ ਕਿ ਇੱਕ ਖੇਤ ਦੀ ਕੰਪਨਸੇਸ਼ਨ ਕਿਉਂ ਨਹੀਂ ਹੋ ਸਕਦੀ ਜਦ ਤੁਸੀਂ ਇੱਕ ਪੇੜ ਨੂੰ ਆਇਡੈਂਟੀਫਾਈ ਕਰ ਸਕਦੇ ਹੋ। ਅੱਜ ਕੱਲ੍ਹ ਤਾਂ ਸੈਟੇਲਾਈਟ ਟੈਕਨੋਲੋਜੀ ਹੈ, ਅਸੀਂ ਆਪਣੇ ਆਪ ਨੂੰ ਹੁਣ 6G ਵਿੱਚ ਜਾ ਰਹੇ ਹੈਗੇ ਹਾਂ, ਤਾਂ ਤੁਹਾਡੇ ਕੋਲ ਟੈਕਨੋਲੋਜੀ ਹੈ, ਉਹਦੇ ਬਾਵਜੂਦ ਵੀ ਤੁਸੀਂ ਨਹੀਂ ਕਰ ਰਹੇ ਹੋ ਕ੍ਰੌਪ ਇੰਸ਼ੋਰੈਂਸ ਵਾਸਤੇ। ਕਿਸੇ ਕਿਸਾਨ ਨੇ ਕਿਹਾ ਨਾ ਕਿ ਜਦ ਮੇਰਾ ਧੂੰਆਂ ਨਿਕਲਦਾ ਖੇਤ ਤੋਂ, ਜਦ ਮੈਂ ਸਟਬਲ ਬਰਨਿੰਗ ਕਰਦਾ ਤਾਂ ਤੁਸੀਂ ਕਹਿੰਦੇ ਹੋ ਸੈਟੇਲਾਈਟ ਨੇ ਆਇਡੈਂਟੀਫਾਈ ਕਰ ਲਿਆ, ਜਦ ਮੇਰਾ ਨੁਕਸਾਨ ਹੁੰਦਾ ਤਾਂ ਸੈਟੇਲਾਈਟ ਕਿੱਥੇ ਜਾਂਦੀ ਹੈ? ਜਦ ਅੱਖਾਂ ਜਾਣਬੁੱਝ ਕੇ ਬੰਦ ਕਰ ਲਈਆਂ, ਜਾਣਬੁੱਝ ਕੇ ਬੰਦ ਹੋ ਰਹੀਆਂ ਕਿਉਂਕਿ ਕਾਰਪੋਰੇਟ ਨੂੰ ਅਸੀਂ ਬੈਨੀਫਿਟ ਕਰਨਾ ਚਾਹੁੰਦੇ ਹਾਂ। ਦੂਜੀ ਗੱਲ ਹੈ ਕਿ ਸਰ ਕੰਪਨੀਆਂ ਨੂੰ ਅਸੀਂ ਇੰਨਾ ਪੈਸਾ ਦਿੰਦੇ ਹਾਂ, 17 ਲੱਖ ਕਰੋੜ ਰੁਪਏ ਅਗਰ ਗਿਆ 6 ਸਾਲਾਂ ਵਿੱਚ, ਤਾਂ ਸਰ ਉਹਨਾਂ ਦੀ ਇਨਵੈਸਟਮੈਂਟ ਵੀ ਤਾਂ ਕਿਤੇ ਹੋਣੀ ਚਾਹੀਦੀ ਹੈ। ਕਿਸੇ ਤੁਸੀਂ ਸਟੇਟ ਵਿੱਚ ਦੇਖ ਲਓ, ਉਹਨਾਂ ਦਾ ਆਫਿਸ ਨਹੀਂ ਹੈਗਾ, ਕਿਤੇ ਉਹ ਜਾ ਕੇ ਲਾਸ ਅਸੈਸਮੈਂਟ ਨਹੀਂ ਕਰਦੇ ਹੈਗੇ, ਸਾਰਾ ਕੁਝ ਸਰਕਾਰ ਤੇ ਡਿਪੈਂਡ ਕਰਦੇ ਹੈਗੇ ਆ। ਸੋ ਇਹ ਜਿਹੜਾ ਮੈਕੈਨਿਜ਼ਮ ਬਣਾਇਆ ਗਿਆ ਹੈਗਾ ਕਿ ਸਿਰਫ ਤੁਸੀਂ ਉਹਨਾਂ ਨੂੰ ਕੰਪਨੀਆਂ ਨੂੰ, ਕਿਉਂਕਿ ਪ੍ਰਾਈਵੇਟਾਈਜ਼ ਦਾ ਵਰਡ ਅੱਜ ਕੱਲ੍ਹ ਬੜਾ ਫੈਸ਼ਨੇਬਲ ਹੋ ਗਿਆ ਹੈ, ਤਾਂ ਅਸੀਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣਾ ਹੈਗਾ। ਆਈ ਥਿੰਕ ਦਿਸ ਇਜ਼ ਸਮਥਿੰਗ ਵੀ ਮਸਟ। ਮੈਕੈਨਿਜ਼ਮ ਦੀ ਤੁਸੀਂ ਗੱਲ ਕਰ ਰਹੇ ਹੋ, ਕਿਸ ਤਰੀਕੇ ਨਾਲ ਕਿਸਾਨ ਜਿਹੜਾ ਕਿ ਆਪਣਾ ਇਹਨਾਂ ਨੁਕਸਾਨ ਕਰਾ ਕੇ ਜਣੀ ਉਹਦੀ ਮੌਤ ਦੇ ਉੱਤੇ, ਉਹਦੇ ਨੁਕਸਾਨ ਦੇ ਉੱਤੇ ਜੇ ਪ੍ਰੋਫਿਟ ਹੈਗਾ ਤਾਂ ਉਹ ਕੰਪਨੀਆਂ ਨੂੰ ਮਿਲਦਾ। ਕੀ ਕਿਸੇ ਕੰਪਨੀ ਦੀ, ਚਲੋ ਆਪਾਂ ਗੱਲ ਕਰਦੇ ਹਾਂ, ਲੱਗਦਾ ਨਹੀਂ ਕਿ ਜਿਹੜੀਆਂ ਸਰਕਾਰਾਂ ਲੋਕਾਂ ਤੋਂ ਵੋਟ ਲੈਂਦੀਆਂ, ਤੁਹਾਡੇ ਭਲੇ ਦੀ ਗੱਲ ਕਰਦੀਆਂ ਫਾਰਮਰਸ ਦੀ, ਉਹੀ ਜਦੋਂ ਕਾਨੂੰਨ ਬਣਾਉਂਦੀਆਂ, ਸਿਸਟਮ ਬਣਾਉਂਦੀਆਂ, ਕਿਤੇ ਲੱਗਦਾ ਕਿ ਬਹੁਤ ਵੱਡੀ ਪੱਧਰ ਤੇ ਕਿਸਾਨਾਂ ਨਾਲ ਹੀ ਬੇਈਮਾਨੀ ਧੋਖਾ ਕੀਤਾ ਜਾਂਦਾ। ਜਿਹੜੀਆਂ ਸਰਕਾਰਾਂ ਹੈਗੀਆਂ ਫਿਰ ਉਹ ਫਾਰਮਰਸ ਦੀਆਂ ਨਹੀਂ, ਉਹ ਤਾਂ ਕਾਰਪੋਰੇਟ ਹਾਊਸਿਸ ਦੀਆਂ ਹੋ ਗਈਆਂ। ਦੇਖੋ ਜੀ, ਇੱਕ ਬੜੀ ਸੋਚ ਜਿਹੜੀ ਹੈਗੀ ਹੈ, ਲੈਟਸ ਐਡਮਿਟ ਇਟ ਕਿ ਬਈ ਕੀ ਚੱਲ ਰਿਹਾ ਹੈ, ਕਿ ਉਹ ਇਹ ਸੋਚ ਹੈ ਕਿ ਬਈ ਰॉ ਮਟੀਰੀਅਲ ਕੰਪਨੀਆਂ ਨੂੰ ਸਸਤਾ ਮਿਲਣਾ ਚਾਹੀਦਾ, ਇੱਕ ਗੱਲ ਤਾਂ ਹੈ। ਦੂਸਰਾ ਹੈ ਕਿ ਇਨਫਲੇਸ਼ਨ ਕੰਟਰੋਲ 'ਚ ਹੋਣੀ ਚਾਹੀਦੀ ਹੈ। ਕਿਸਾਨਾਂ ਨੂੰ ਕੀ ਹੁੰਦਾ ਹੈ, ਹੈਲਪ ਟੂ ਦੀ ਫਾਰਮਰਸ, ਕਿਸੇ ਦਾ ਇੰਟਰਸਟ ਨਹੀਂ ਹੈਗਾ। ਓਵਰ ਦੀ ਈਅਰਸ ਮੈਂ ਕਹਿ ਰਿਹਾ ਹੈਗਾ, ਪਾਲਿਸੀਜ਼ ਦਾ ਜਿਹੜਾ ਫੋਕਸ ਹੈ ਉਹ ਇਸ ਗੱਲ ਤੇ ਨਹੀਂ ਹੈ ਕਿ ਕਿਸਾਨਾਂ ਨੂੰ ਅਸੀਂ ਉਠਾਉਣਾ ਹੈਗਾ, ਉਹ ਇਸ ਗੱਲ ਤੇ ਹੈ ਕਿ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ, ਕਿਉਂਕਿ ਅੱਜ ਕੱਲ੍ਹ ਜ਼ਮਾਨਾ ਹੀ ਪ੍ਰਾਈਵੇਟਾਈਜੇਸ਼ਨ ਦਾ ਹੈਗਾ, ਆਪਾਂ ਜਾਣਦੇ ਹਾਂ, ਉਹਨਾਂ ਨੂੰ ਕਿਸ ਤਰ੍ਹਾਂ ਬੈਨੀਫਿਟ ਮਿਲੇ। ਸੋ ਤੁਸੀਂ ਦੇਖੋ ਨਾ, ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਥੋੜਾ ਜਿਹਾ ਤੋਂ ਨਿਕਲ ਕੇ, ਅਗਰ ਆਪਾਂ ਕ੍ਰੌਪ ਲਾਸ ਤੋਂ ਦੇਖੀਏ, ਬਹੁਤ ਸਾਲ ਪਹਿਲੇ ਜਦ ਜੌਲ ਸਾਹਿਬ ਹੁੰਦੇ ਸੀਗੇ ਕਮਿਸ਼ਨ ਫॉर ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਦੇ ਚੇਅਰਪਰਸਨ, ਔਰ ਬੜੇ ਐਸਟੀਮਡ, ਤੁਹਾਨੂੰ ਪਤਾ ਹੀ ਹੈ, ਇਕਨੋਮਿਸਟ ਹੈਗੇ ਆਪਣੇ, ਉਹਨਾਂ ਦੀ ਇੱਕ ਰਿਪੋਰਟ ਮੈਨੂੰ ਯਾਦ ਹੈ, ਉਹਨਾਂ ਨੇ ਮੈਨੂੰ ਦਿਖਾਈ ਵੀ ਸੀਗੀ। ਉਹ 'ਚ ਲਿਖਿਆ ਸੀਗਾ, ਖਰੀਫ ਦੀ ਔਰ ਰਬੀ ਦੀ ਰਿਪੋਰਟ ਆਉਂਦੀ ਹੈ ਜਿਹੜੀ CACP ਤੇ, ਉਸ 'ਚ ਲਿਖਿਆ ਸੀਗਾ ਕਿ ਵੀ ਅਸੀਂ ਕਿਸਾਨ ਨੂੰ 20% ਘੱਟ ਪੇ ਕਰਦੇ ਹੈਗੇ ਆ, ਤਾਂ ਕਿ ਅਸੀਂ ਕਾਰਪੋਰੇਟ ਨੂੰ ਜਿਹੜਾ ਆਪਣਾ ਸਾਰਾ ਜਿਹੜਾ ਪ੍ਰੋਸੈਸ ਹੈ ਉਹਦਾ, ਉਹ ਇਕਨੋਮਿਕਲੀ ਵਾਇਬਲ ਰਹੇ ਔਰ ਕੰਪੀਟੀਟਿਵ ਰਹੇ। ਹਾਂਜੀ, ਮੈਨੂੰ ਇਹ ਸਮਝ ਨਹੀਂ ਆਇਆ ਕਿ ਕਿਸਾਨ ਨੂੰ ਕਿਉਂ ਉਹਦਾ ਹਰਜਾਨਾ ਸੀਗਾ, ਹੈ ਨਾ, ਔਰ ਉਹ ਸਿਸਟਮ ਚੱਲਦਾ ਆ ਰਿਹਾ। ਉਹ ਸਿਸਟਮ ਚੱਲਦਾ ਆ ਰਿਹਾ, ਅਸੀਂ ਕਿਸਾਨਾਂ ਨੂੰ ਜਾਣ ਕੇ ਲੋ ਪੇ ਕਰਦੇ ਹਾਂ, ਘੱਟ ਪੇ ਕਰਦੇ ਹੈਗੇ ਆ, ਤਾਂ ਕਿ ਜਿਹੜਾ ਕਾਰਪੋਰੇਟ ਜਗਤ ਹੈ ਉਹਨੂੰ ਉਹ ਕੰਪੀਟੀਟਿਵ ਰਹਿ ਸਕੇ, ਯਾਨੀ ਉਹਨੂੰ ਬੈਨੀਫਿਟ ਹੋਏ ਉਸ ਗੱਲ ਦਾ। ਦੋ ਚੀਜ਼ਾਂ ਸਰ, ਇੱਕ ਮਿੰਟ, ਇੱਕ ਤਾਂ ਇਹ ਹੋ ਗਿਆ ਕਿ ਉਹਨਾਂ ਨੂੰ ਰॉ ਮਟੀਰੀਅਲ ਚੀਪਰ ਮਿਲਦਾ ਸਰ। ਉਹ ਇਸ ਕਰਕੇ ਹੁੰਦਾ ਹੈ ਕਿਉਂਕਿ ਕੰਪਨੀਆਂ ਚਾਹੁੰਦੀਆਂ ਕਿ ਉਹਨਾਂ ਨੂੰ ਵੇਜਸ ਨਾ ਬਣਾਉਣ ਪੈਣੇ ਆਪਣੇ ਇੰਪਲੋਈਜ਼ ਦੇ। ਦੇਖੋ ਨਾ, ਜ਼ਿਆਦਾ ਤੁਸੀਂ ਮਹਿੰਗਾਈ ਹੋਏਗੀ ਜਾਂ ਜ਼ਿਆਦਾ ਪ੍ਰਾਈਸਿਸ ਵੱਧਦੇ ਹੈਗੇ ਆ, ਤਾਂ ਉਹਨਾਂ ਨੂੰ ਤਨਖਾਹਾਂ ਬਣਾਉਣੀ ਪੈਣਗੀਆਂ। ਉਹ ਤਨਖਾਹਾਂ ਨਹੀਂ ਬਣਾਉਣਾ ਚਾਹੁੰਦੇ, ਇਸ ਕਰਕੇ ਐਗਰੀਕਲਚਰ ਨੂੰ ਉਹ ਸਾਰੀ ਮਾਰ ਹੋਣੀ ਸਹਿਣੀ ਪੈਂਦੀ ਹੈਗੀ ਹੈ। ਇਹ ਜਿਹੜੀ ਸੋਚ ਹੈ, ਇਹਨੂੰ ਤੋੜਿਆ ਨਹੀਂ ਕਿਤੇ। ਇਹ ਅਮਰੀਕਾ 'ਚ ਵੀ ਇਹੀ ਸੀਗੀ, ਯੂਰਪ 'ਚ ਵੀ ਇਹੀ ਹੈਗੀ, ਹਿੰਦੁਸਤਾਨ 'ਚ ਵੀ ਉਹੀ ਹੈਗੀ। ਤਾਂ ਸਾਡੇ ਇਕਨੋਮਿਸਟ ਨੇ ਕੀ ਕੀਤਾ, ਮੈਂ ਹਰ ਵਾਰ ਇਹ ਕਹਿੰਦਾ ਕਿ ਤੁਸੀਂ ਕੱਟ ਐਂਡ ਪੇਸਟ ਕਰ ਦਿੰਦੇ ਹੋ ਬਾਹਰੋਂ। ਦਵਿੰਦਰ, ਜਿੱਦਾਂ ਤੁਸੀਂ, ਮੈਂ ਅੱਗੇ ਵੀ ਇਹ ਸਵਾਲ ਲਿਆ ਤੁਹਾਡੇ ਤੋਂ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਫਾਰਮਰਸ ਦੀ ਗੱਲ ਕਰਦੇ ਹੋ ਕਿ ਕਿਉਂ ਕੱਟ ਐਂਡ ਪੇਸਟ ਦੀ ਗੱਲ ਕਰਦੇ ਆ, ਕਿਉਂ ਨਹੀਂ ਜ਼ਮੀਨੀ ਹਕੀਕਤਾਂ 'ਤੇ ਜਾ ਕੇ ਕਰਦੇ। ਜਿਹੜੇ ਸਾਡੇ ਮਾਹਰ ਹੈ ਜਾਂ ਮੈਂ ਚਲੋ ਉਹਨਾਂ ਬਾਰੇ ਕੋਈ ਇੱਦਾਂ ਦੇ ਸ਼ਬਦ ਨਹੀਂ ਵਰਤਣਾ ਚਾਹੁੰਦਾ, ਲੱਗਦਾ ਫਿਰ ਉਹ ਵੀ ਇੱਕ ਤਰੀਕੇ ਦੇ ਨਾਲ ਸਰਕਾਰਾਂ ਦੀ ਝੋਲੀ ਚੁੱਕੀ ਕਰਦੇ ਆ। ਦੇਖੋ, ਤੁਸੀਂ ਸ਼ਬਦ ਜਿਹੜੇ ਤੁਸੀਂ ਕਿਹਾ ਕਿ ਮੈਂ ਇਸਤੇਮਾਲ ਨਹੀਂ ਕਰਨਾ ਚਾਹੁੰਦਾ, ਇਹ ਅਸੀਂ ਕਦ ਤੱਕ ਇਸ ਚੀਜ਼ ਨੂੰ ਅਸੀਂ ਮਤਲਬ ਐਕਨੋਲੇਜ ਨਹੀਂ ਕਰਨਾ ਚਾਹਾਂਗੇ ਕਿ ਬਈ ਇਹ ਚੀਜ਼ ਹੋਈ ਹੈ। ਲੇਕਿਨ ਇੱਕ ਸੱਚਾਈ ਤਾਂ ਹੈ ਨਾ। ਦੇਖੋ ਨਾ, ਹੁਣ ਇੱਕ ਇਕਨੋਮਿਸਟ ਹੈਗੇ ਸਾਡੇ ਦੇਸ਼ ਦੇ, ਉਹ ਲਿਖਦੇ ਆ ਕਿ ਪੰਜਾਬ ਦਾ ਕਿਸਾਨ ਕੀ ਕਰਦਾ, ਉਹ ਕਣਕ ਉਗਾਉਂਦਾ, ਫਿਰ ਝੋਨਾ ਉਗਾਉਂਦਾ, ਜਾ ਕੇ ਮੰਡੀ ਸੁੱਟ ਆਉਂਦਾ ਹੈਗਾ। ਉਹਦਾ ਕਹਿਣਾ ਹੈ ਕਿ ਬਈ ਕਿਸਾਨ ਜਿਹੜਾ ਹੈਗਾ ਪੰਜਾਬ ਦਾ ਬਹੁਤ ਲੇਜ਼ੀ ਹੈ। ਹਾਂਜੀ, ਮੈਂ ਉਹਨੂੰ ਚੈਲੰਜ ਕੀਤਾ ਕਿ ਵੀ ਲੇਜ਼ੀ ਕਿਸ ਤਰ੍ਹਾਂ। ਕਿਸਾਨ ਜਿਹੜਾ ਹੈਗਾ ਪੰਜਾਬ ਦਾ, ਅੱਜ ਉਹ ਕਣਕ ਔਰ ਝੋਨਾ ਮਿਲਾ ਕੇ ਦੇਖ ਲਈਏ ਤਾਂ 11 ਟਨ ਪ੍ਰਤੀ ਹੈਕਟੇਅਰ ਤੋਂ ਜ਼ਿਆਦਾ ਪੈਦਾ ਕਰਦਾ ਹੈ ਸਰ। ਹਾਂਜੀ, ਔਰ ਇਹ ਰਿਕਾਰਡ ਹੈ ਦੁਨੀਆ ਵਿੱਚ। ਤੁਸੀਂ ਦੇਖੋ, ਟੌਪ ਦੇ 3-4 ਕੰਟਰੀਜ਼ ਦੇ ਵਿੱਚ ਦੇਖਿਆ ਜਾਏ, ਸਾਡਾ ਪਰਫਾਰਮੈਂਸ ਬਹੁਤ ਚੰਗਾ ਹੈਗਾ। ਹਾਂਜੀ, ਅਸੀਂ ਉਹਦੇ ਵਿੱਚ ਆਨੇ ਹੈਗੇ ਪਿਛਲੇ ਉੱਪਰ ਦੇ ਟੌਪ 3-4 ਕੰਟਰੀਜ਼ ਵਿੱਚ। ਉਹਨੂੰ ਤੁਸੀਂ ਕਹਿੰਦੇ ਹੋ ਲੇਜ਼ੀ ਹੈ। ਤੁਸੀਂ ਮੈਨੂੰ ਦੱਸੋ, ਇਕਨੋਮਿਸਟ ਨੇ ਕਿਹੜੀ ਇਹਨਾਂ ਉਹ ਦੇਸ਼ ਦਾ ਕਿਸਾਨਾਂ ਦਾ ਫਾਇਦਾ ਕਰਤਾ ਕਿ ਉਹ ਕਹਿਣ ਕਿ ਅਸੀਂ ਲੇਜ਼ੀ ਨਹੀਂ ਹੈਗੇ। ਮੈਂ ਤਾਂ ਕਹਿੰਦਾ ਕਿ ਸਾਡੇ ਦੇਸ਼ ਦੀ ਇਕਨੋਮਿਕ ਸੋਚ ਹੀ ਲੇਜ਼ੀ ਪੈ, ਕਿਉਂਕਿ ਕੱਟ ਐਂਡ ਪੇਸਟ ਕਰਦੇ ਹੋ, ਉਹ ਤਾਂ ਅੱਗੇ ਜਾਂਦੇ ਨਹੀਂ ਹੈ। ਤਾਂ ਕਿਉਂ ਨਹੀਂ ਆਪਾਂ ਨਿਕਲ ਕੇ ਲੈਬੋਰਟਰੀ ਤੋਂ ਨਿਕਲੀਏ, ਟੈਕਸਟ ਬੁੱਕ ਤੋਂ ਬਾਹਰ ਨਿਕਲੀਏ, ਜਾ ਕੇ ਦੇਖੀਏ ਤੇ ਸਮਾਜ ਵਿੱਚ ਕੀ ਹੋ ਰਿਹਾ, ਸੋਸਾਇਟੀ ਵਿੱਚ ਕੀ ਹੋ ਰਿਹਾ, ਦੈਨ ਯੂ ਫਾਰਮੂਲੇਟ ਦੀ ਪਾਲਿਸੀਜ਼। ਸਰ, ਆਈ ਐਮ ਸੌਰੀ ਕਿ ਜਿਹੜਾ ਸਾਡੇ ਕਈ ਮਾਹਰ ਹੈਗੇ ਆ ਜਾਂ ਐਕਸਪਰਟ ਹੈਗੇ ਆ,
ਉਹ ਇੰਨੇ ਸੌਖੇ ਸਰਕਾਰਾਂ ਨੂੰ ਮਿਲ ਜਾਂਦੇ ਆ। ਹੁਣ ਆਪਾਂ MSP ਦੇ ਮੁੱਦੇ ਦੀ ਗੱਲ ਕਰਦੇ ਹਾਂ ਨਾ, ਮਾਮਲਾ ਨਹੀਂ ਹੱਲ ਹੋਇਆ ਨਾ, ਉਹਦੇ ਲਈ ਕਮੇਟੀ ਬਣੀ, ਉਹਦੇ ਜਿਹੜੇ ਮਾਹਰ ਪਾਏ ਗਏ। ਹੁਣ ਕਈ ਮਾਹਰ ਇਹੋ ਜਿਹੇ ਪਾਏ ਜਿਹੜੇ ਪਹਿਲਾਂ ਹੀ ਸਰਕਾਰ ਦੀ ਸੇਵਾ ਕਰਨ ਲਈ ਤਿਆਰ ਹੈ, ਜਾਣੀ ਸੇਵਾਦਾਰ ਬਹੁਤ ਬੈਠੇ ਆ ਸਰ। ਇੱਕ ਤਾਂ ਸੇਵਾਦਾਰ ਬਹੁਤ ਹੈਗੇ ਸਰ, ਇੱਕ ਤਾਂ ਤੁਸੀਂ ਸੇਵਾ ਦੀ ਗੱਲ ਕੀਤੀ ਹੈ, ਦੂਸਰੀ ਗੱਲ ਸਰ ਇੱਕ ਸੋਚ ਦੀ ਵੀ ਕਿਤੇ ਪ੍ਰੋਬਲਮ ਹੈਗੀ ਹੈ। ਹੁਣ ਦੇਖੋ ਨਾ, ਜਿੰਨੇ ਵੀ ਇਕਨੋਮਿਸਟ ਤੁਸੀਂ ਕਹਿ ਰਹੇ ਹੋ ਕਮੇਟੀਆਂ ਚ ਆਉਂਦੇ ਆ, ਜੋ ਵੀ ਹੈਗੇ ਆ, ਉਹ ਸਭ ਆਪਣੇ ਆਪ ਤਾਂ ਇੱਕ ਗਾਰੰਟੀਡ ਇਨਕਮ ਲੈਂਦੇ ਆ, ਸਭ ਨੂੰ ਤਨਖਾਹ ਫਿਕਸਡ ਮਿਲਦੀ ਹੈ, ਅਲਾਊਂਸਸ ਫਿਕਸਡ ਮਿਲਦੇ ਹੈਗੇ ਆ, ਠੀਕ ਹੈ ਨਾ ਜੀ। ਲੇਕਿਨ ਕਿਸਾਨਾਂ ਨੂੰ ਕਹਿੰਦੇ ਤੁਸੀਂ ਮਾਰਕੀਟ ਦੇ ਉੱਪਰ ਜਾਓ, ਤੁਹਾਨੂੰ ਬਾਜ਼ਾਰ ਤੈਅ ਕਰੇਗਾ ਤੁਹਾਨੂੰ ਕਿੰਨਾ ਦਾਮ ਮਿਲਣਾ ਚਾਹੀਦਾ। ਮੈਂ ਕਹਿੰਦਾ ਅਗਰ ਤੁਹਾਨੂੰ ਇੰਨੀ ਮਾਰਕੀਟਸ ਅੱਛੀ ਲੱਗਦੀਆਂ ਹੈਗੀਆਂ, ਇਹਨਾਂ ਦੀ ਤਨਖਾਹਾਂ ਵੀ ਮਾਰਕੀਟ ਨਾਲ ਜੋੜ ਦਿਓ ਸਰ। ਹੁਣ ਤਾਂ ਪੈਨਸ਼ਨ ਦੀ ਜੋੜੀ ਜਾਂਦੀ ਨਾ ਸਿਰਫ, ਤਾਂ ਇੰਨਾ ਹੰਗਾਮਾ ਹੁੰਦਾ ਦੇਸ਼ ਵਿੱਚ, ਤੁਸੀਂ ਇਹ ਵੀ ਮਾਰਕੀਟ ਨਾਲ ਜੋੜ ਦਿਓ, ਫਿਰ ਦੇਖੋ ਕੀ ਹੁੰਦਾ ਹੈ। ਮਤਲਬ ਕਹਿੰਦਾ ਕਿ ਆਪਣੇ ਆਪ ਤਾਂ ਲੈਂਦੇ ਹੈਗੇ ਗਾਰੰਟੀਡ ਇਨਕਮ, ਅਸ਼ੋਰਡ ਇਨਕਮ, ਕਿਸਾਨਾਂ ਨੂੰ ਕਹਿੰਦੇ ਤੁਸੀਂ ਮਾਰਕੀਟ ਦੇ ਉੱਪਰ ਦਵਿੰਦਰ ਜੀ ਵੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਿਸਾਨ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ। ਮੈਂ ਪਿਛਲੇ ਦਿਨ ਦੇਖ ਰਿਹਾ ਸੀ, ਬੜਾ ਵਧੀਆ ਇੱਕ ਆਰਟੀਕਲ ਲਿਖਿਆ ਸੀ ਸ਼ਾਇਦ ਹਾਲੈਂਡ ਦੇ ਕਿਸਾਨਾਂ ਦੇ ਉੱਤੇ, ਕਿ ਕਿਸ ਤਰ੍ਹਾਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਸਾਡੇ ਕਿਸਾਨ ਫਿਰ ਕਿਉਂ ਮਾਰ ਖਾ ਗਏ ਆ? ਜੇ ਸਾਡੇ ਕਿਸਾਨ ਮਾਰ ਖਾਂਦੇ ਤਾਂ ਹੀ ਇਹ ਦਿਨ ਦੇਖਣੇ ਪਏ ਨਾ। ਦੇਖੋ ਇਸੇ ਮਹੀਨੇ ਪਿਛਲੇ ਮਹੀਨੇ ਮਾਰਚ ਦੇ ਵਿੱਚ ਤਕਰੀਬਨ 15-16 ਮਾਰਚ ਦੇ ਆਸ-ਪਾਸ ਹਾਲੈਂਡ ਦੇ ਰਿਜ਼ਲਟ ਆਉਂਦੇ ਆ ਜੀ। ਹਾਲੈਂਡ ਦਾ ਸਭ ਤੋਂ ਛੋਟਾ ਦੇਸ਼ ਹੈਗਾ, ਪੰਜਾਬ ਤੋਂ ਛੋਟਾ ਦੇਸ਼ ਹੈਗਾ ਹਾਲੈਂਡ। ਉਹਨਾਂ ਦੇ ਇਲੈਕਸ਼ਨ ਦੇ ਰਿਜ਼ਲਟ ਆਉਂਦੇ ਆ। ਉਸ ਪਾਰਟੀ ਨੇ, ਫਾਰਮਰ ਸਿਟੀਜ਼ਨ ਪਾਰਟੀ ਹੈ ਉਹਨਾਂ ਦੀ, ਉਸ ਪਾਰਟੀ ਨੇ ਮਤਲਬ ਦੇ ਰੌਂਪਡ ਹੋਮ, ਮਤਲਬ ਸਭ ਤੋਂ ਜ਼ਿਆਦਾ ਲੀਡ ਉਹਨਾਂ ਦੀ ਆਈ ਹੈਗੀ ਹੈ। ਔਰ ਉਹਨਾਂ ਦੇ ਰਾਸ਼ਟਰਪਤੀ ਜਿਹੜੇ ਹੈਗੇ, ਇਹ ਪ੍ਰੋਵਿੰਸ਼ੀਅਲ ਇਲੈਕਸ਼ਨ ਸੀਗੀ, ਉਹਦਾ ਇੰਪੈਕਟ ਨੈਸ਼ਨਲ ਤੇ ਵੀ ਪਏਗਾ। ਔਰ ਉਹਨਾਂ ਨੇ ਰਾਸ਼ਟਰਪਤੀ ਨੇ ਖੁਦ ਕਿਹਾ ਕਿ ਇਹ ਰਿਜ਼ਲਟ ਅਸੀਂ ਕਦੇ ਐਕਸਪੈਕਟ ਨਹੀਂ ਕੀਤੇ ਸੀਗੇ। ਦੇਖੋ ਕਿਸਾਨਾਂ ਦਾ ਦੇਖੋ ਕਿੰਨਾ ਗੁੱਸਾ ਸੀਗਾ। ਉਹਨਾਂ ਨੇ ਕਿਹਾ ਕਿ ਵੀ ਕਿਸਾਨਾਂ ਨੂੰ ਖੇਤੀ ਚੋਂ ਕੱਢਣਾ ਹੈਗਾ, ਇਹ ਉੱਥੇ ਇਸ਼ੂ ਚੱਲ ਰਿਹਾ ਹੈਗਾ। ਔਰ ਉਹੀ ਜਿਹੜੇ ਪੰਜਾਬ ਵਿੱਚ ਪ੍ਰੋਬਲਮ ਹੈਗੀ, ਲੋਕਾਂ ਨੂੰ ਇਹ ਇੰਪ੍ਰੈਸ਼ਨ ਹੈ ਕਿ ਵੀ ਸਾਡੀ ਜ਼ਮੀਨ ਖੋਹ ਲੈਣਗੇ, ਉੱਥੇ ਵੀ ਇਹੀ ਸੀਗਾ ਕਿ ਸਾਡੀ ਜ਼ਮੀਨ ਖੋਹ ਲੈਣਗੇ। ਉਹ ਜ਼ਮੀਨ ਖੋਹਣ ਦਾ ਜਿਹੜਾ ਇੰਨਾ ਬੜਾ ਇੱਕ ਮੂਵਮੈਂਟ ਚੱਲਿਆ ਹੈਗਾ, ਕਿਸਾਨਾਂ ਨੇ ਆਪਣੇ ਪਿੰਡਾਂ ਵਿੱਚ ਨਾ ਝੰਡੇ ਵੀ ਉਲਟੇ ਲਗਾਏ ਐਜ਼ ਅ ਮਾਰਕ ਆਫ ਪ੍ਰੋਟੈਸਟ। ਸਾਡੇ ਕਿਤੇ ਝੰਡੇ ਉਲਟੇ ਲਗਾਏ ਦੇ ਹੁੰਦੇ, ਸੈਡੀਸ਼ਨ ਤੇ ਚਾਰजेस ਲੱਗ ਜਾਣੇ ਸੀਗੇ। ਪਰ ਇੱਕ ਗੱਲ ਤਾਂ ਇਹ ਹੋ ਗਈ। ਪਰ ਦੂਜੀ ਗੱਲ ਦੇਖੋ ਕਿ ਉਹਨਾਂ ਨੇ ਆਪਣਾ ਰੋਸ਼ ਪ੍ਰਗਟ ਕੀਤਾ, ਇਲੈਕਸ਼ਨ 'ਚ ਗਏ, ਇਲੈਕਸ਼ਨ ਤੇ ਉਹ ਦੇ ਪਰਫਾਰਮ ਦੀ ਸਭ ਤੋਂ ਬੈਸਟ ਉਹਨਾਂ ਦਾ ਰਿਜ਼ਲਟ ਆਇਆ ਕਿਸਾਨਾਂ ਦਾ। ਸਾਡੇ ਪ੍ਰਦੇਸ਼ ਵਿੱਚ ਵੀ ਆਪਾਂ ਜਾਣਦੇ ਹਾਂ ਕਿ ਇਲੈਕਸ਼ਨ 'ਚ ਆਪਾਂ ਗਏ ਸੀਗੇ ਸਾਲ ਪਹਿਲੇ, ਔਰ ਉਸ ਰਿਜ਼ਲਟ ਦਾ ਕਿਤੇ ਨਾ ਕਿਤੇ ਸਾਨੂੰ ਸਮਝਣਾ ਪਏਗਾ। ਆਈ ਥਿੰਕ ਪੋਲੀਟੀਕਲ ਲੀਡਰਸ਼ਿਪ ਨੂੰ ਤਾਂ ਅਲੱਗ ਇੱਕ ਇਸ਼ੂ ਹੈ, ਲੇਕਿਨ ਫਾਰਮਿੰਗ ਲੀਡਰਸ਼ਿਪ ਨੂੰ ਵੀ ਸਮਝਣਾ ਪਏਗਾ ਕਿ ਵੀ ਕਿਆ ਕਾਰਨ ਥੇ ਕਿ ਉਹ ਇਲੈਕਸ਼ਨ ਉਹਨਾਂ ਦੇ ਹੱਥ 'ਚੋਂ ਨਿਕਲ ਗਈ। ਜਦ ਕਿ ਜਿਹੜੀ ਪਾਰਟੀ ਆਈ ਹੈ ਪਾਵਰ ਵਿੱਚ, ਉਹਨਾਂ ਨੇ ਉਸੇ ਚੀਜ਼ ਨੂੰ ਮਤਲਬ ਜਿਹੜੇ ਆਪ ਵਾਲਿਆਂ ਨੇ ਉਸੇ ਮੂਡ ਦਾ ਫਾਇਦਾ ਉਠਾਇਆ, ਜਿਹੜੇ ਮੂਡ ਦੀ ਗੱਲ ਕਿਸਾਨ ਬਿਲਕੁਲ ਠੀਕ ਹੈ ਜੀ। ਹਾਂਜੀ, ਪਰ ਇਸ ਗੱਲ ਇਹ ਹੈ ਕਿ ਇਹ ਤਾਂ ਸਹੀ ਹੈ ਕਿ ਚਲੋ ਆਪ ਵਾਲਿਆਂ ਨੇ ਪੋਲੀਟੀਕਲ ਪਾਰਟੀਆਂ ਕਰਦੀਆਂ ਮੂਡ ਦਾ ਫਾਇਦਾ ਉਠਾਇਆ, ਪਰ ਇਹ ਤਾਂ ਕਿਤੇ ਦਵਿੰਦਰ ਜੀ ਸਾਨੂੰ ਮੰਨਣਾ ਪਏਗਾ ਨਾ ਕਿ ਜਦੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਇਲੈਕਸ਼ਨ ਦਾ ਮੌਕਾ ਵੀ ਆਇਆ, ਉਹ ਜਿਹਨੂੰ ਪੰਜਾਬੀ 'ਚ ਕਹਿੰਦੇ ਆਪਣੀਆਂ ਮੰਜੀਆਂ ਡਾਹ ਕੇ ਬਹਿ ਗਏ, ਕਿਸੇ ਦੀ ਆਹ ਮੰਜੀ ਹੈ, ਕਿਸੇ ਦੀ ਆਹ ਮੰਜੀ ਹੈ, ਕਿਸੇ ਦੀ ਉਹ ਮੰਜੀ ਹੈ। ਇਹ ਜਾਣੀ ਕਿ ਤੁਸੀਂ ਐਡਾ ਵੱਡਾ ਨਤੀਜਾ ਦਿੱਤਾ ਦਿੱਲੀ ਦੇ ਵਿੱਚ, ਪੰਜਾਬ 'ਚ ਆਏ ਤਾਂ ਆਪੋ ਆਪਣੀਆਂ ਮੰਜੀਆਂ ਲਾ ਲਈਆਂ। ਜਦੋਂ ਜਿਹੜਾ ਹੈਗਾ ਤੁਸੀਂ ਕਿਸੇ ਫੋਕਸ ਦੇ ਉੱਤੇ ਲੜਾਈ ਲਾ ਕੇ ਨਹੀਂ ਲੜੀ ਤਾਂ ਫਿਰ ਭੁਗਤਦੇ ਆ ਨਾ। ਫਿਰ ਹੁਣ ਇਸੇ ਕਰਕੇ ਭੁਗਤ ਲਿਆ। ਦੇਖੋ ਨਾ ਕਿਸਾਨ ਲੀਡਰਸ਼ਿਪ ਨੇ ਭੁਗਤਿਆ ਹੀ ਹੈ ਨਾ ਜੋ ਹੋਇਆ ਸੀ ਪੰਜਾਬ ਵਿੱਚ। ਜੇ ਅਗਰ ਇਕੱਠੇ ਰਹਿੰਦੇ ਔਰ ਇਕੱਠੇ ਹੋ ਕੇ, ਮੈਨੂੰ ਲੱਗਦਾ ਕਿ ਇੱਕ ਮਾਹੌਲ ਤਾਂ ਬਣਿਆ ਸੀਗਾ, ਸੋਸਾਇਟੀ ਸਪੋਰਟ ਕਰ ਰਹੀ ਸੀਗੀ ਪੰਜਾਬ ਦੀ ਉਹਨਾਂ ਨੂੰ, ਤਾਂ ਉਹੀ ਸਪੋਰਟ ਜਿਹੜੀ ਹੈਗੀ ਉਹ ਦੇ ਸ਼ੁੱਡ ਹੈਵ ਕੰਟੀਨਿਊਡ ਵਿਦ ਇਟ ਨਾ। ਉਹ ਨਹੀਂ ਮਿਲਿਆ ਉਹਨਾਂ ਨੂੰ ਤੇ ਕਿਤੇ ਨਾ ਕਿਤੇ ਫੇਲ ਹੋਇਆ। ਲੇਕਿਨ ਸਰ ਮੇਰਾ ਇੱਕ ਹੋਰ ਵੀ ਸੋਚਣਾ ਹੈ ਕਿ ਆਈ ਥਿੰਕ ਟਾਈਮ ਆ ਗਿਆ ਲੀਡਰਸ਼ਿਪ ਦਾ, ਇੱਕ ਸੈਕਿੰਡ ਰੰਗ ਆਫ ਲੀਡਰਸ਼ਿਪ ਜਿਹੜੀ ਹੈਗੀ ਹਰ ਗਰੁੱਪ ਨੂੰ ਇਵੋਲਵ ਕਰਨੀ ਚਾਹੀਦੀ ਹੈਗੀ। ਯੰਗਰ ਲੋਕ ਆਉਣ, ਯੰਗਰ ਲੋਕ ਸੋਚਣ, ਉਹਦੇ ਨਾਲ ਕੀ ਹੋਏਗਾ ਕਿ ਇੱਕ ਨਵਾਂ ਇੱਕ ਫਰਵਰ ਬਿਲਡਅਪ ਹੋਏਗਾ। ਔਰ ਉਹ ਬਹੁਤ ਜ਼ਰੂਰੀ ਹੈ ਅੱਜ ਕਿਸਾਨ ਮੂਵਮੈਂਟ ਨੂੰ। ਇਹ ਆਪਾਂ ਮੰਨਦੇ ਹਾਂ ਕਿ ਆਪਾਂ ਕਹਿ ਦਿੰਦੇ ਹਾਂ ਕਿ ਵੀ ਸਾਰੇ ਬਜ਼ੁਰਗ ਹੈਗੇ ਜਿਹੜੇ ਕਿ ਪ੍ਰੋਟੈਸਟ ਬੈਠੇ ਹੁੰਦੇ ਆ, ਐਸੀ ਗੱਲ ਨਹੀਂ ਹੈ। ਬਹੁਤ ਸਾਰੇ ਯੰਗ ਲੋਕੀ ਆ ਰਹੇ ਨੇ। ਜੇ ਆਪਾਂ ਗੱਲ ਕਰਦੇ ਹਾਂ ਦਿੱਲੀ ਦੇ ਅੰਦੋਲਨ ਦੀ, ਉੱਥੇ ਬਹੁਤ ਵੱਡੀ ਗਿਣਤੀ ਸੀ ਤੋਂ ਯੰਗ ਜਿਹੜੇ ਆਏ ਸੀਗੇ। ਉਹਦੇ 'ਚ ਬਹੁਤ ਸਾਰੇ ਕਿਸਾਨ ਹੈ ਜਿਹੜੇ ਉਹਨਾਂ 'ਚੋਂ ਇੱਕ ਲੀਡਰ ਦੇ ਤੌਰ ਤੇ ਮਰਜ਼ ਵੀ ਕੀਤਾ। ਮੈਂ ਸਮੇਂ ਦੇ ਲਿਹਾਜ਼ ਨਾਲ ਦਵਿੰਦਰ ਜੀ ਤੋਂ ਆਪਾਂ ਗੱਲ ਕਰਦੇ ਹਾਂ, ਆਪ ਵਾਲੇ ਦੇਖੋ ਉਸੇ ਮੂਡ ਦੇ ਨਾਲ ਪੰਜਾਬ 'ਚ ਆਏ। ਯਾਨੀ ਤੁਸੀਂ ਇਹ ਦੇਖੋ ਜਦੋਂ ਸੱਤਾ 'ਚ ਆ ਜਾਂਦੇ ਫਿਰ ਕੀ ਹੁੰਦਾ ਕਿ 1 ਸਾਲ ਦਾ ਸਮਾਂ ਨਿਕਲ ਗਿਆ, ਅਜੇ ਪੰਜਾਬ ਦੇ ਵਿੱਚ ਹੀ ਕੋਈ ਐਗਰੀਕਲਚਰ ਪਾਲਿਸੀ ਨਹੀਂ ਬਣਾ ਸਕੇ ਕਿ ਕੀ ਖੇਤੀਬਾੜੀ ਪਾਲਿਸੀ ਹੈ, ਕਦੋਂ ਲਾਗੂ ਕਰਨੀ। ਦੇਖੋ ਪਾਲਿਸੀਜ਼ ਦਾ ਤਾਂ ਕੰਮ ਆਪਾਂ ਪਹਿਲੇ ਵੀ ਦੇਖਣਾ। ਪਿਛਲੇ ਵਾਰੀ ਆਪਣੇ ਕਮਿਸ਼ਨ ਦੇ ਚੇਅਰਪਰਸਨ ਸੀ ਪਿਛਲੀ ਸਰਕਾਰਾਂ ਵਿੱਚ, ਤਾਂ ਉਹਨਾਂ ਨੇ ਵੀ ਇੱਕ ਪਾਲਿਸੀ ਬਣਾਈ ਸੀਗੀ ਜਿਹੜੀ ਡਿਸਕਸ ਹੀ ਨਹੀਂ ਹੋਈ ਕਦੀ, ਹੈ ਨਾ ਜੀ। ਹੁਣ ਜਿਹੜਾ ਹੈਗਾ ਇਹ ਵੀ ਪਾਲਿਸੀ ਬਣ ਰਹੀ ਹੈ। ਲੈਟ ਅਸ ਹੋਪ ਕਿ ਬਈ ਇਸ ਪਾਲਿਸੀ ਨੂੰ ਅਡਾਪਟ ਕਰਦੇ ਹੈਗੇ ਜਾਂ ਅੱਗੇ ਚੱਲਦੇ। ਪਰ ਮੰਨਦਾ ਕਿ ਹਰ ਪਾਲਿਸੀ ਚਾਹੇ ਕੋਈ ਬਣਾਏ, ਮੋਸਟ ਇੰਪੋਰਟੈਂਟ ਕਿ ਤੁਸੀਂ ਕਿਸਾਨ ਦੀ ਇਕਨੋਮਿਕ ਵਾਇਬਿਲਿਟੀ ਕਿਸ ਤਰ੍ਹਾਂ ਅਸ਼ੋਰ ਕਰੋਗੇ। ਤੁਸੀਂ ਸਰ ਮੈਂ ਸੌਰੀ ਵਿੱਚ ਟੋਕਣ ਲੱਗਿਆ, ਤੁਸੀਂ ਬਹੁਤ ਵੱਡੇ ਕੌਮਾਂਤਰੀ ਪੱਧਰ ਦੇ ਮਾਹਰ ਹੋ, ਕਿਤੇ ਇਹ ਆਵਾਜ਼ ਜ਼ਰੂਰ ਪੰਜਾਬ ਦੀ ਪਹੁੰਚਾ ਦਿਓ ਜਦੋਂ ਐਗਰੀਕਲਚਰ ਦੇ ਪਾਲਿਸੀ ਬਣੇ, ਕਿਤੇ ਦਿੱਲੀ ਦਾ ਮਾਡਲ ਨਾ ਲੱਭਣ ਲੱਗ ਜਾਣ, ਕਿਉਂਕਿ ਦਿੱਲੀ 'ਚ ਐਗਰੀਕਲਚਰ ਨਹੀਂ ਹੈ।
ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਦਿੱਲੀ ਦੀ ਪਾਲਿਸੀ ਐਗਰੀਕਲਚਰ ਦਾ ਤਾਂ ਹੋ ਹੀ ਨਹੀਂ ਸਕਦੀ ਹੈ। ਪਹਿਲੀ ਗੱਲ ਤਾਂ ਤੁਸੀਂ ਬਿਲਕੁਲ ਠੀਕ ਹੈ ਕਿ ਉੱਥੇ ਕੋਈ ਐਗਰੀਕਲਚਰ ਜ਼ਿਆਦਾ ਐਗਜ਼ਿਸਟ ਨਹੀਂ ਕਰਦਾ, ਵਿਚ ਇਜ਼ ਟਰੂ। ਉਹ ਦਿੱਲੀ ਦੀ ਪੋਲਿਟਿਕਸ ਜਾਂ ਦਿੱਲੀ ਦੀ ਇਕਨੋਮਿਕ ਡਿਵੈਲਪਮੈਂਟ ਦਾ ਰਸਤਾ ਇੱਕ ਹੋਰ ਹੈਗਾ। ਪਰ ਲੇਕਿਨ ਜਿਹੜਾ ਪੰਜਾਬ ਦੀ ਆਪਾਂ ਗੱਲ ਕਰ ਰਹੇ ਹੈਗੇ ਹਾਂ, ਔਰ ਪੰਜਾਬ, ਕਿਉਂਕਿ ਆਪਾਂ ਜਾਣਦੇ ਹਾਂ ਕਿ ਅਗਰ ਪੰਜਾਬ ਦੀ ਇੱਕ ਐਸੀ ਐਗਰੀਕਲਚਰ ਪਾਲਿਸੀ ਬਣਦੀ ਹੈਗੀ ਹੈ ਕਿ ਜਿਹੜਾ ਦੇਸ਼ ਨੂੰ ਇੱਕ ਮੈਸੇਜ ਜਾ ਸਕੇ, ਮੈਨੂੰ ਲੱਗਦਾ ਕਿ ਬਹੁਤ ਬੜੀ ਕੰਟਰੀਬਿਊਸ਼ਨ ਹੋਏਗੀ। ਪਰ ਉਹ ਤਾਂ ਹੋ ਸਕਦੀ ਹੈ ਕਿ ਜੇ ਆਪਾਂ ਜਿਹੜਾ ਨੈਸ਼ਨਲ ਜਿਹੜੀ ਸੋਚ ਹੈ ਉਹ ਤੋਂ ਡਿਸਕਨੈਕਟ ਹੋ ਜਾਈਏ। ਮੇਰਾ ਮਤਲਬ ਕਹਿੰਦਾ ਹੈ ਕਿ ਇਹ ਨਹੀਂ ਕਿ ਅਸੀਂ ਉਹੀ ਕੱਟ ਐਂਡ ਪੇਸਟ ਵਾਲੀ ਪਾਲਿਸੀ ਵਿੱਚ ਲੈ ਕੇ ਚੱਲੀਏ ਕਿ ਬਈ ਇਹ ਹੋਣਾ ਜ਼ਰੂਰੀ ਹੈ, ਹੋਣਾ ਜ਼ਰੂਰੀ ਹੈ। ਆਈ ਥਿੰਕ ਵੀ ਕੈਨ ਅਡੋਪਟ ਸਰਟਨ ਥਿੰਗਸ। ਮੈਨੂੰ ਇਹ 'ਚ ਕੋਈ ਸ਼ੱਕ ਨਹੀਂ ਹੈ, ਜਿਹੜੀ ਨਵੀਂ ਕਮੇਟੀ ਬੈਠੀ ਹੈ ਸ਼ਾਇਦ ਉਹ ਕਰੇਗੀ ਵੀ ਕਿ ਬਈ ਉਹਦੇ ਵਿੱਚ ਕਰਨ, ਤਾਂ ਕਿ ਉਹ ਇੱਕ ਜਿਹਨੂੰ ਕਹਿੰਦੇ ਨੇ ਕਿ ਬਈ ਕਿਸ ਤਰ੍ਹਾਂ ਕਿਸਾਨ ਨੂੰ ਇੰਨਾ ਪੈਸਾ ਮਿਲੇ, ਹਰ ਮਹੀਨੇ ਇੰਨੀ ਇਨਕਮ ਮਿਲੇ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਚਾਹੁੰਦਾ। ਬਹੁਤ ਸਾਲ ਪਹਿਲੇ ਮੈਂ ਇੱਕ ਗੱਲ ਕਹੀ ਸੀਗੀ ਸਰ ਕਿ ਇੱਕ ਕਮਿਸ਼ਨ ਫਾਰ ਫਾਰਮਰਸ ਇਨਕਮ ਐਂਡ ਵੈਲਫੇਅਰ ਬਣੇ। ਮੈਨੂੰ ਸਮਝ ਨਹੀਂ ਆਉਂਦਾ ਕਿ ਕਿਉਂ ਸਰਕਾਰਾਂ ਜਿਹੜੀ ਹੈਗੀਆਂ ਸਟੇਟ ਗਵਰਨਮੈਂਟ ਦੀਆਂ ਉਹ ਰਿਲੈਕਟੈਂਟ ਹੈਗੀਆਂ ਇੱਕ ਕਮਿਸ਼ਨ ਬਣਾਉਣ ਵਾਸਤੇ ਕਿ ਕਿਸਾਨਾਂ ਨੂੰ। ਦੇਖੋ ਨਾ 7ਵਾਂ ਪੇ ਕਮਿਸ਼ਨ ਸੀਗਾ, ਹੁਣ ਮੈਨੂੰ ਲੱਗਦਾ ਕੁਝ ਦਿਨਾਂ ਬਾਅਦ ਅਸੀਂ 8ਵਾਂ ਪੇ ਕਮਿਸ਼ਨ ਵੀ ਦੇਖ ਲਵਾਂਗੇ। ਲੇਕਿਨ ਅਗਰ 7ਵਾਂ ਪੇ ਕਮਿਸ਼ਨ ਬਣ ਸਕਦਾ ਹੈ EMPLOYEES ਵਾਸਤੇ, ਤਾਂ ਕਿਸਾਨਾਂ ਵਾਸਤੇ ਇੱਕ ਐਸਾ ਪੇ ਕਮਿਸ਼ਨ ਕਿਉਂ ਨਹੀਂ ਬਣ ਸਕਦਾ? ਜੇ ਪੰਜਾਬ ਦੀ ਐਵਰੇਜ ਕਿਸਾਨ ਦੀ ਇਨਕਮ ਜਿਹੜੀ ਹੈਗੀ ਹੈ ਹਰ ਮਹੀਨੇ ਆਪਾਂ ਕਹਿੰਦੇ 25,000 ਹੈਗੀ ਹੈ, ਸਪੋਜ਼ ਕਰੋ ਜੋ ਕਹਿੰਦੀ ਸਰਕਾਰਾਂ, ਕਿਉਂ ਨਹੀਂ ਆਪਾਂ 40,000 ਤੇ ਇੱਕ ਟਾਰਗੇਟ ਰੱਖੀਏ ਕਿ ਵੀ ਕਮਿਸ਼ਨ ਸਾਡਾ ਜਿਹੜਾ ਪੰਜਾਬ ਦਾ ਹੈ, ਪੰਜਾਬ ਸਟੇਟ ਦਾ ਫਾਰਮਰਸ ਇਨਕਮ ਕਮਿਸ਼ਨ ਬਣੇ, ਔਰ ਉਹ ਇਹ ਟਾਰਗੇਟ ਰੱਖੇ ਕਿ ਅਸੀਂ 40,000 ਘੱਟ ਤੋਂ ਘੱਟ ਕਿਸਾਨਾਂ ਨੂੰ ਇਨਕਮ ਕਿਸ ਤਰ੍ਹਾਂ ਮਿਲੇ। ਮੈਂ ਨਹੀਂ ਕਹਿ ਰਿਹਾ ਤੁਸੀਂ ਸਰਕਾਰੀ ਖਜ਼ਾਨੇ ਤੋਂ ਦੇਣੀ ਹੈ, ਲੇਕਿਨ ਤੁਸੀਂ ਦੇਖੋ ਕਿ ਅਸੀਂ ਸਭ ਕੁਝ ਮਿਲਾ ਜੁਲਾ ਕੇ ਇਹ ਕਿਸ ਤਰ੍ਹਾਂ ਅਸ਼ੋਰ ਕਰੀਏ ਕਿ ਕਿਸਾਨ ਨੂੰ ਘੱਟ ਤੋਂ ਘੱਟ 40,000 ਤਾਂ ਮਿਲਣ। ਹੁਣ 25,000 ਮਿਲਦੇ ਹੈਗੇ ਆ, ਉਹ ਜੰਪ 40,000 ਦਾ। ਇਹ ਫਿਰ ਅਸੀਂ ਰੈਗੂਲਰ ਕਿਸ ਤਰ੍ਹਾਂ ਉਹਨੂੰ बढ़ाना ਹੈਗਾ, ਜਿਸ ਤਰ੍ਹਾਂ EMPLOYEES ਦੀ ਗੱਲ ਤਨਖਾਹਾਂ बढ़ਦੀ ਹੈਗੀਆਂ। ਆਈ ਥਿੰਕ ਇਹ ਮੈਕੈਨਿਜ਼ਮ ਸਾਨੂੰ ਲੈ ਕੇ ਪੈਣਗੇ। ਕਿਉਂ ਅਸੀਂ ਇਹਨੂੰ ਕਰਨਾ ਨਹੀਂ ਚਾਹੁੰਦੇ? ਕਿਉਂਕਿ ਕਦੀ ਹੋਇਆ ਨਹੀਂ ਹੈਗਾ। ਕਦੀ ਹੋਇਆ ਨਹੀਂ ਤਾਂ ਮਤਲਬ ਇਹ ਤਾਂ ਹੈ ਨਹੀਂ ਕਿਤੇ ਧਾਰਮਿਕ ਕਿਤਾਬਾਂ ਵਿੱਚ ਲਿਖਿਆ ਸੀਗਾ ਕਿ ਨਹੀਂ ਕਰਨਾ ਹੈਗਾ। ਆਈ ਥਿੰਕ ਵੀ ਕੈਨ ਸੈਟ ਅਪ ਅ ਟ੍ਰੈਂਡ ਨਾ। ਤਾਂ ਪੰਜਾਬ ਇੱਕ ਐਸਾ ਸਟੇਟ ਹੈ ਜਿਹਨੂੰ ਸਾਰਾ ਦੇਸ਼ ਦੇਖਦਾ। ਮੇਰਾ ਕਹਿਣਾ ਕਿ ਪੰਜਾਬ ਕਿਉਂ ਨਹੀਂ ਇੱਕ ਪੰਜਾਬ ਸਟੇਟ ਫਾਰਮਰਸ ਇਨਕਮ ਕਮਿਸ਼ਨ ਬਣਾ ਸਕਦਾ, ਔਰ ਇਹ ਕਰਦੇ ਕਿ ਅਸੀਂ 40,000 ਰੁਪਏ ਅਸੀਂ ਅਸ਼ੋਰ ਕਰਾਂਗੇ ਕਿਸਾਨਾਂ ਨੂੰ ਕਿਸ ਤਰ੍ਹਾਂ ਮਿਲੇ। ਤੁਸੀਂ ਐਫਰਟ ਕਰੋਗੇ ਤਾਂ ਹੀ ਮਿਲੇਗਾ ਨਾ। ਹਾਂਜੀ, ਫਿਰ ਯੂਨੀਵਰਸਿਟੀ ਦਾ ਵੀ ਅਪਰੋਚ ਹੋਏ, ਤੁਹਾਡਾ ਵੀ ਅਪਰੋਚ ਹੋਏ, ਮਿਲ ਕੇ ਡਾਇਰੈਕਟੋਰੇਟ ਦਾ ਜਾਂ ਜੋ ਵੀ ਆਪਣੇ ਡਿਪਾਰਟਮੈਂਟਸ ਹੈਗੇ, ਆਈ ਥਿੰਕ ਇਟ ਇਜ਼ ਪੋਸੀਬਲ ਟੂ ਕਰਨਾ ਚਾਹੀਦਾ ਹੈਗਾ। ਤੇ ਇਹ ਸੋਚ ਕੇ ਚੱਲ ਜਾਣਾ ਨਹੀਂ ਜੀ ਸੈਂਟਰ ਤੇ ਛੱਡ ਦਈਏ ਕਿ ਉਹ ਕਿੰਨਾ MSP ਦੇਣਗੇ, ਉਹ ਤਾਂ ਇੱਕ ਆਸਪੈਕਟ ਹੈ ਹੀ ਹੈ। ਲੇਕਿਨ ਤੁਸੀਂ ਆਪਣੇ ਲੈਵਲ ਤੇ ਵੀ ਤਾਂ ਦੇਖੋ ਨਾ, ਅਸੀਂ ਕਿਸ ਤਰ੍ਹਾਂ ਸਭ ਕੁਝ ਇੰਟੀਗ੍ਰੇਟ ਕਰਕੇ ਕਿਸਾਨ ਨੂੰ ਉਸ ਇਨਕਮ ਦੇ ਹੱਕਦਾਰ ਬਣਾਈਏ ਜਾਂ ਉਹ ਇਨਕਮ ਘੱਟ ਤੋਂ ਘੱਟ ਉਹਨੂੰ ਮਿਲੇ। ਉਹ ਤਾਂ ਹੀ ਰੁਤਬਾ ਵਧੇਗਾ ਨਾ ਕਿਸਾਨ ਦਾ ਵੀ ਸੋਸਾਇਟੀ ਵਿੱਚ, ਪਲੱਸ ਉਹਨਾਂ ਦੀ ਇਕਨੋਮਿਕ ਜਿਹੜਾ ਅਸੀਂ ਕਹਿੰਦੇ ਹਾਂ ਕਿ ਕੰਟਰੀ ਦਾ ਅਗਰ ਅਸੀਂ ਦੇਖੀਏ ਪੈਟਰਨ ਤਾਂ 17% ਇਨਕਮ ਜਿਹੜੀ ਹੈਗੀ ਖੇਤੀ 'ਚੋਂ ਆਉਂਦੀ ਹੈਗੀ ਹੈ। ਕਿਸਾਨ ਦੇਸ਼ ਦੀ ਗੱਲ ਆਪਾਂ ਕਰਦੇ ਹਾਂ, ਉਹ ਇਸ ਕਰਕੇ ਆਉਂਦੀ ਕਿ ਅਸੀਂ ਇਨਕਮ ਘੱਟ ਦਿੰਦੇ ਹਾਂ। ਅਸੀਂ ਇਨਕਮ ਜਾਣਬੁੱਝ ਕੇ ਦਵਾਈਏ। ਤੁਹਾਨੂੰ ਇੱਕ ਮੈਂ ਛੋਟੀ ਗੱਲ ਦੱਸਣਾ ਚਾਹੁੰਦਾ ਸਰ, ਆਈ ਥਿੰਕ ਆਪਣੇ ਵਿਊਅਰਸ ਵਾਸਤੇ ਬੜੀ ਇੰਪੋਰਟੈਂਟ ਹੈ। ਇੱਕ ਹੁੰਦਾ ਹੈ ਗ੍ਰੋਸ ਵੈਲਿਊ ਐਡੀਸ਼ਨ, ਇੱਕ ਹੁੰਦਾ ਹੈ ਗ੍ਰੋਸ, ਆਪਾਂ ਜਾਣਦੇ ਹਾਂ ਜਿਹੜਾ ਗ੍ਰੋਸ ਵੈਲਿਊ ਜਿਹੜੀ ਹੁੰਦੀ ਹੈ ਆਊਟਪੁੱਟ ਦੀ। ਆਊਟਪੁੱਟ ਜਿਹੜਾ ਸਾਡਾ ਇੰਡੀਅਨ ਐਗਰੀਕਲਚਰ ਦਾ ਹੈਗਾ, ਔਰ ਅਸੀਂ ਗ੍ਰੋਸ ਵੈਲਿਊ ਐਡੀਸ਼ਨ ਦੇਖੀਏ, ਅਗਰ ਇਹਨਾਂ ਦਾ ਅਸੀਂ ਰੇਸ਼ੋ ਦੇਖਦੇ ਹਾਂ ਨਾ ਜੀ, ਇਹ ਇੰਪੋਰਟੈਂਟ ਹੈ। ਰੇਸ਼ੋ ਅਗਰ ਉਹਦਾ ਬਹੁਤ ਅਗਰ ਉੱਪਰ ਜਾ ਰਿਹਾ ਹੈਗਾ, ਦੈਟ ਮੀਨਸ ਐਗਰੀਕਲਚਰ ਦੇ ਵਿੱਚ ਪੋਟੈਂਸ਼ੀਅਲ ਬਹੁਤ ਹੈ, ਜਾਂ ਜਿਸ ਤਰ੍ਹਾਂ ਫਾਈਨਾਂਸ ਵਿੱਚ ਜਾ ਰਿਹਾ ਤਾਂ ਉਹਨਾਂ ਦਾ ਪੋਟੈਂਸ਼ੀਅਲ ਬਹੁਤ ਹੈ। ਇਸ ਤਰ੍ਹਾਂ ਦੇਖਿਆ ਜਾਂਦਾ ਹੈਗਾ। ਤੁਹਾਨੂੰ ਹੈਰਾਨਗੀ ਹੋਏਗੀ ਕਿ ਜਿਹੜਾ ਗ੍ਰੋਸ ਵੈਲਿਊ ਐਡੀਸ਼ਨ ਹੈ ਕੰਪੇਅਰ ਟੂ ਗ੍ਰੋਸ ਜਿਹੜਾ ਆਊਟਪੁੱਟ ਹੈ, ਉਹਨੂੰ ਦੇਖਦੇ ਹਾਂ ਤਾਂ ਐਗਰੀਕਲਚਰ ਦੇਸ਼ ਨੂੰ ਟੌਪ ਕਰਦਾ ਹੈ। ਇਹਦਾ ਮਤਲਬ ਹੈ ਕਿ ਐਗਰੀਕਲਚਰ ਵਿੱਚ ਬਿਲਕੁਲ ਪੋਟੈਂਸ਼ੀਅਲ ਹੈਗਾ ਇਨਕਮ ਬਣਾਉਣ ਦਾ। ਤੁਸੀਂ ਇਨਕਮ ਹਾਲੇ ਥੱਲੇ ਰੱਖੀ ਹੋਈ ਹੈ ਤਾਂ ਵੀ ਉਹ ਟੌਪ ਕਰਦਾ ਹੈਗਾ। ਹਾਂਜੀ, ਇਹਦਾ ਮਤਲਬ ਜੇ ਤੁਸੀਂ ਇਨਕਮ ਵਧਾ ਦਿਓ ਤਾਂ ਐਗਰੀਕਲਚਰ ਤਾਂ ਫਿਰ ਬਿਕਮ ਦ ਇੰਜਨ ਆਫ ਗਰੋਥ। ਇਹ ਹੋਣਾ ਚਾਹੀਦਾ। ਅੱਛਾ, ਸਾਡੇ ਇਕਨੋਮਿਸਟ ਹੀ ਸਾਨੂੰ ਦੱਸ ਰਹੇ ਹੈਗੇ, ਲੇਕਿਨ ਦੇਸ਼ ਵਿੱਚ ਚਰਚਾ ਹੀ ਨਹੀਂ ਹੁੰਦੀ ਉਸ ਗੱਲ ਦੀ। ਹੁਣ ਆਪਾਂ ਅੱਜ ਗੱਲ ਕਰ ਰਹੇ ਹੈਗੇ ਨਾ, ਇਹ ਬੜੀ ਇੰਪੋਰਟੈਂਟ ਲੋਕਾਂ ਨੂੰ ਸਮਝ ਆਏ ਕਿ ਬਈ ਤੁਸੀਂ ਐਗਰੀਕਲਚਰ ਦਾ ਇੰਨਾ ਅਗਰ ਰੇਸ਼ੋ ਗ੍ਰੋਸ ਵੈਲਿਊ ਐਡੀਸ਼ਨ ਦਾ, ਇਕਨੋਮਿਕਸ ਦੀ ਗੱਲ ਕਰ ਰਿਹਾ ਮੈਂ, ਗ੍ਰੋਸ ਵੈਲਿਊ ਐਡੀਸ਼ਨ ਔਰ ਗ੍ਰੋਸ ਆਊਟਪੁੱਟ ਦਾ ਇੰਨਾ ਹੈਗਾ, ਫਿਰ ਅਸੀਂ ਐਗਰੀਕਲਚਰ ਨੂੰ ਕਿਉਂ ਦਬਾਇਆ ਹੋਇਆ ਜਾਣ ਕੇ ਉਹਦੀ ਗੱਲ ਕੀਤੀ ਹੈ। ਬਿਲਕੁਲ, ਬਹੁਤ ਮਿਹਰਬਾਨੀ ਦਵਿੰਦਰ ਸ਼ਰਮਾ ਜੀ, ਤੁਸੀਂ ਮੈਨੂੰ ਇੰਨਾ ਸਮਾਂ ਦਿੱਤਾ, ਧੰਨਵਾਦੀ ਹਾਂ ਤੁਹਾਡੇ। ਥੈਂਕ ਯੂ ਸਰ। ਇਹ ਸਨ ਦਵਿੰਦਰ ਸ਼ਰਮਾ, ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਤੀ ਮਾਮਲਿਆਂ ਦੇ ਬਾਹਰ, ਜਿਨ੍ਹਾਂ ਨੇ ਪੰਜਾਬ ਤੇ ਦੇਸ਼ ਤੇ ਕੌਮਾਂਤਰੀ ਪੱਧਰ ਦੇ ਮਾਮਲਿਆਂ ਨੂੰ ਲੈ ਕੇ ਸਾਡੇ ਨਾਲ ਖੁੱਲ੍ਹ ਕੇ ਕੀਤੀ ਹੈ ਚਰਚਾ। ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੈਂ ਮੁੜ ਕੇ ਧੰਨਵਾਦੀ ਹਾਂ, ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਇਸ ਵਾਅਦੇ ਦੇ ਨਾਲ ਕਿ ਅਗਲੇ ਹਫ਼ਤੇ ਆਪਾਂ ਹੋਰ ਕਿਸੇ ਅਹਿਮ ਹਸਤੀ ਨਾਲ ਕਰਾਂਗੇ ਮੁਲਾਕਾਤ। ਤਦ ਤੱਕ ਲਈ ਇਜਾਜ਼ਤ। ਸਤਿ ਸ੍ਰੀ ਅਕਾਲ।